ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਤਿਸ ਰਾਤਰੀ ਕਾ ਫਲ ਅਸ ਹੋਵਾ, ਪਹੁੰਚ ਸੁਰਗ ਸਭ ਬਿਦ ਸੁਖ ਜੋਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਸਤਿਗੁਰੂ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸਭਾਏਮਾਨ ਹੋ ਰਹੀ ਗੁਰੂ ਕੀ ਸੰਗਤ। ਆਪ ਸੰਗਤਾਂ ਨੇ ਗੁਰਬਾਣੀ ਦੇ ਕੀਰਤਨ ਸਰਵਣ ਕੀਤੇ। ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ। ਸੋ ਆਪਾਂ ਬਚਨ ਸਰਵਣ ਕੀਤਾ ਹੈ ਕਿ ਇੱਕ ਪੀਰ ਜੋ ਅਨੰਦਪੁਰ ਸਾਹਿਬ ਦੇ ਰਸਤੇ ਤੋਂ ਲੰਘਦਾ ਪਿਆ ਹੈ। ਅਨੰਦਪੁਰ ਸਾਹਿਬ ਸ਼ਹਿਰ ਮਹਾਰਾਜ ਵਸਾਉਂਦੇ ਪਏ। ਪੀਰ ਨੇ ਮਿਸਤਰੀਆਂ ਨੂੰ, ਕਾਰੀਗਰਾਂ ਨੂੰ ਪੁੱਛਿਆ, ਇਹ ਨਗਰ ਕੌਣ ਵਸਾਉਂਦਾ ਹੈ? ਕਾਰੀਗਰ ਕਹਿਣ ਲੱਗੇ, ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਇਹ ਨਗਰ ਵਸਾਇਆ। ਕਹਿਣ ਲੱਗਾ, ਗੁਰੂ ਇੱਕ ਪਾਸੇ ਤੇ ਆਖਦਾ ਵੀ ਮੋਹ ਛੱਡਣਾ ਚਾਹੀਦਾ, ਵਿਰਾਗ ਧਾਰਨ ਕਰਨਾ ਚਾਹੀਦਾ, ਸੰਸਾਰ ਦੇ ਧੰਦੇ ਵਿੱਚ ਪੈਣਾ ਨਹੀਂ ਚਾਹੀਦਾ, ਤੇ ਇੱਕ ਪਾਸੇ ਆਪ ਹੀ ਇੰਨੇ ਸੋਹਣੇ ਮਹਿਲ ਬਣਾਉਂਦੇ ਪਏ। ਜਦੋਂ ਇਸ ਗੱਲ ਦਾ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਪਤਾ ਲੱਗਾ ਤੇ ਸਤਿਗੁਰਾਂ ਨੇ ਉਸ ਵੇਲੇ ਆਖਿਆ, ਕਹਿਣ ਲੱਗੇ, ਪੀਰ ਜੀ, ਗ੍ਰਹਿਸਥ ਧਰਮ ਸਾਰਿਆਂ ਤੋਂ ਵੱਡਾ ਹੈ। ਇਸ ਦੇ ਵਿੱਚ ਆਏ ਗਏ ਦੀ ਸੇਵਾ ਹੁੰਦੀ ਹੈ। ਜਿਹੜਾ ਅਤਿਥੀ ਦੀ ਲੋੜਵੰਦ ਦੀ ਸੇਵਾ ਕਰਦਾ ਉਹਨੂੰ ਫਲ ਬੜਾ ਵੱਡਾ ਮਿਲਦਾ ਹੈ। ਤੇ ਸਤਿਗੁਰੂ ਕਹਿੰਦੇ, ਤੈਨੂੰ ਇਹ ਕੌਤਕ ਦਿਖਾਉਂਦੇ ਆ, ਆਪਣੇ ਸਰੀਰ ਉੱਪਰ ਚਾਦਰ ਲੈ ਕੇ ਲੰਮੇ ਪੈ ਜਾ। ਜਦੋਂ ਇਹ ਪੀਰ ਲੰਮੇ ਪਿਆ ਤੇ ਕੀ ਵੇਖਦਾ ਵੀ ਸਵਰਗਾਂ ਦੇ ਵਿੱਚ ਇੱਕ ਵਿਅਕਤੀ ਸੋਨੇ ਦੇ ਮਹਿਲ ਦੇ ਵਿੱਚ ਬੜੇ ਸੋਹਣੇ ਪਲੰਘੇ 'ਤੇ ਬੈਠਾ ਬੜੇ ਆਨੰਦ ਲੈਂਦਾ ਪਿਆ। ਤੇ ਜਦੋਂ ਉਸ ਨੂੰ ਪੁੱਛਿਆ ਵੀ ਇਹ ਆਨੰਦ ਕਿਵੇਂ ਆਇਆ, ਤੇ ਉਸਨੇ ਦੱਸਿਆ ਵੀ ਪਿਛਲਾ ਜਨਮ ਮੇਰਾ ਸ਼ੇਰ ਦਾ ਜਨਮ ਸੀ। ਮੈਂ ਆਪਣੇ ਘੁਰਨੇ ਵਿੱਚੋਂ ਬਾਹਰ ਨਿਕਲਿਆ ਸ਼ਿਕਾਰ ਕਰਨ ਵਾਸਤੇ। ਮੇਰੇ ਘੁਰਨੇ ਮੇਰੀ ਗੁਫਾ ਦੇ ਵਿੱਚ ਦੋ ਜਿਹੜੇ ਸਾਧੂ ਸਨ ਉਹਨਾਂ ਨੇ ਆ ਕੇ ਨਿਵਾਸ ਕੀਤਾ। ਜਦੋਂ ਮੈਂ ਸ਼ਿਕਾਰ ਕਰਕੇ ਵਾਪਸ ਮੁੜਿਆ ਤੇ ਉਸ ਵੇਲੇ ਕੀ ਹੋਇਆ ਵੀ ਉਹ ਸਾਧੂ ਮੇਰੀ ਗੁਫਾ ਦੇ ਵਿੱਚ ਸਨ। ਮੈਂ ਉਹਨਾਂ ਨੂੰ ਅਤਿਥੀ ਜਾਣ ਕੇ, ਲੋੜਵੰਦ ਜਾਣ ਕੇ, ਆਪਣੇ ਘਰ ਦੇ ਵਿੱਚ ਆਏ ਮਹਿਮਾਨ ਜਾਣ ਕੇ ਬਾਹਰ ਪਾਣੀ ਵਿੱਚ ਆਪ ਤੇ ਮੀਂਹ ਦੇ ਵਿੱਚ ਭਿੱਜਦਾ ਰਿਹਾ, ਪਰ ਉਹਨਾਂ ਨੂੰ ਮੈਂ ਆਪਣੇ ਘਰ ਤੋਂ ਬਾਹਰ ਨਹੀਂ ਕੱਢਿਆ ਤੇ ਠੰਡ ਦੇ ਵਿੱਚ ਮੇਰੀ ਮੌਤ ਹੋ ਗਈ। ਇਸ ਤਰ੍ਹਾਂ ਉਹ ਜਿਹੜਾ ਸ਼ੇਰ ਹੈ ਸਵਰਗ ਦੇ ਵਿੱਚ ਸੁੱਖ ਲੈਂਦਾ ਆਪਣੀ ਕਹਾਣੀ ਸੁਣਾਉਂਦਾ ਪਿਆ। ਜਿਵੇਂ ਇੱਥੋਂ ਅੱਗੇ ਇਤਿਹਾਸ ਆਰੰਭ ਹੋ ਰਿਹਾ, ਉਹ ਸਰਵਣ ਕਰੀਏ, ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭਈ ਪ੍ਰਾਤ ਸੋ ਸੰਤ ਪ੍ਰਵੀਨ। ਕਹਿਣ ਲੱਗਾ ਵੀ ਸਾਰੀ ਰਾਤ ਮੈਂ ਮੀਂਹ ਵਿੱਚ ਭਿੱਜਦਾ ਰਿਹਾ, ਤੇ ਜਦੋਂ ਦਿਨ ਚੜ੍ਹਿਆ ਮੀਂਹ ਹਟਿਆ ਤੇ ਉਹ ਜਿਹੜੇ ਸਾਧੂ ਮੇਰੀ ਗੁਫਾ ਦੇ ਵਿੱਚ ਬੈਠੇ ਸਨ ਤੇ ਜਦੋਂ ਗੁਫਾ ਤੋਂ ਬਾਹਰ ਨਿਕਲੇ ਹਨ, ਨਿਕਸੇ ਮਿਰਤਕ ਮੋਏ ਪਿਖ ਲੀਨਾ। ਜਦੋਂ ਉਹ ਬਾਹਰ ਨਿਕਲੇ ਮੇਰੀ ਗੁਫਾ ਤੋਂ ਤੇ ਉਹਨਾਂ ਨੇ ਵੇਖਿਆ ਵੀ ਮੇਰਾ ਸਰੀਰ ਮਿਰਤਕ ਉੱਥੇ ਪਿਆ ਹੋਇਆ। ਜਾਨ ਮੇਰੀ ਨਿਕਲ ਗਈ ਸੀ ਠੰਡ ਦੇ ਨਾਲ, ਮੇਰਾ ਮਰਿਆ ਹੋਇਆ ਸਰੀਰ ਉਹਨਾਂ ਸਾਧੂਆਂ ਨੇ ਦੇਖਿਆ ਹੈ। ਕਰੁਣਾ ਕੀਨ ਜਾਨ ਮਮ ਕਰਮ। ਮੇਰਾ ਕਰਮ ਜਾਣ ਕੇ ਵੀ ਮੈਂ ਉਹਨਾਂ ਦੀ ਸੇਵਾ ਕੀਤੀ ਹੈ, ਉਹ ਮੇਰੀ ਗੁਫਾ ਦੇ ਵਿੱਚ ਸੁਰੱਖਿਅਤ ਰਹਿਣ ਤੇ ਮੈਂ ਤਾਂ ਮੀਂਹ ਵਿੱਚ ਬਾਹਰ ਭੇਜਿਆ। ਇਹ ਜਿਹੜੀ ਮੈਂ ਸੇਵਾ ਕੀਤੀ ਹੈ, ਕਹਿਣ ਲੱਗੇ ਵੀ ਉਹ ਸਾਧੂਆਂ ਨੇ ਜਾਨ ਲਈ ਹੈ। ਫਲ ਦੀਨਸ ਅਸ ਜਸ ਅਤ ਧਰਮ। ਤੇ ਉਹਨਾਂ ਨੇ ਮੈਨੂੰ ਫਿਰ ਵਰ ਬਖਸ਼ਿਸ਼ ਕੀਤਾ, ਫਲ ਦਿੱਤਾ ਵੀ ਜਿਸ ਤਰ੍ਹਾਂ ਦਾ ਤੂੰ ਧਰਮ ਨਿਭਾਇਆ ਹੈ, ਵੀ ਆਪਣੇ ਘਰ ਦੇ ਵਿੱਚ ਲੋੜਵੰਦ ਦੀ ਤੂੰ ਮਦਦ ਕੀਤੀ ਹੈ, ਸਾਨੂੰ ਲੋੜਵੰਦ ਜਾਣ ਕੇ ਤੂੰ ਆਪਣੀ ਗੁਫਾ ਦੇ ਵਿੱਚ ਸਾਨੂੰ ਰੱਖਿਆ ਤੇ ਆਪ ਬਾਹਰ ਠੰਡ ਦੇ ਵਿੱਚ ਭਾਵੇਂ ਮਰ ਗਿਆ, ਤੈਨੂੰ ਫਲ ਏਡਾ ਵੱਡਾ ਮਿਲੇਗਾ ਕਿ ਸਵਰਗਾਂ ਦੇ ਵਿੱਚ ਜਾ ਕੇ ਤੈਨੂੰ ਲੰਮਾ ਸਮਾਂ ਸੁੱਖ ਭੋਗਣ ਵਾਸਤੇ ਮਿਲੇਗਾ। ਤੇ ਇਹ ਸ਼ੇਰ ਜਿਹੜਾ ਹੁਣ ਸਵਰਗਾਂ ਵਿੱਚ ਬੈਠਾ ਹੋਇਆ ਦੱਸਦਾ ਪਿਆ ਵੀ ਇਸ ਤਰ੍ਹਾਂ ਉਹਨਾਂ ਸਾਧੂਆਂ ਦੇ ਵਰ ਦੇ ਨਾਲ
ਮੈਨੂੰ ਇਹ ਸਵਰਗ ਦਾ ਸੁੱਖ ਮਿਲਿਆ। ਸਾਖੀ ਜਾਂ ਇਤਿਹਾਸ ਇਸ ਵਾਸਤੇ ਆਪਾਂ ਸਰਵਣ ਕਰਦੇ ਪਏ ਹਾਂ ਕਿ ਜਦੋਂ ਲੋੜਵੰਦ ਕੋਈ ਵਿਅਕਤੀ ਸਾਡੇ ਘਰ ਵਿੱਚ ਆ ਜਾਂਦਾ ਹੈ, ਜਿਹੜਾ ਸਾਡੇ ਕੋਲੋਂ ਭੋਜਨ ਦੀ ਜਾਂ ਕੱਪੜੇ ਦੀ ਮੰਗ ਕਰਦਾ ਹੈ, ਅਤੇ ਜਦੋਂ ਕੋਈ ਵਿਅਕਤੀ ਉਹਦੀ ਸੇਵਾ ਲੋੜ ਨੂੰ ਪੂਰੀ ਕਰਦਾ ਅਤੇ ਉਹਨੂੰ ਐਸਾ ਫਲ ਪ੍ਰਾਪਤ ਹੁੰਦਾ। ਸੋ ਇਹ ਕਹਿਣ ਲੱਗਾ ਵੀ ਮੈਂ ਭਾਵੇਂ ਸ਼ੇਰ ਸੀ ਪਰ ਆਪਣੀ ਗੁਫਾ ਉਹਨਾਂ ਨੂੰ ਦੇ ਦਿੱਤੀ ਰਹਿਣ ਵਾਸਤੇ, ਉਹਦਾ ਫਲ ਮੈਨੂੰ ਇਹ ਮਿਲਿਆ ਕਿ ਮੈਂ ਸਵਰਗਾਂ ਦੇ ਸੁੱਖ ਨੂੰ ਭੋਗਦਾ ਹਾਂ। ਇਸ ਰਾਤਰੀ ਕਾ ਫਲ ਅਸੋਹਵਾ, ਇਹ ਉਸ ਰਾਤ ਦਾ ਫਲ ਹੈ ਜਿਸ ਰਾਤ ਮੈਂ ਬਾਹਰ ਪਾਣੀ ਵਿੱਚ ਠਰਿਆ ਹਾਂ। ਪਹੁੰਚ ਸੁਰਗ ਸਭ ਬਿਦ ਮੁਖ ਤੇ ਜੋ, ਮੈਂ ਸਵਰਗਾਂ ਵਿੱਚ ਪਹੁੰਚ ਕੇ ਤੇ ਸਾਰੇ ਸੁੱਖ ਜਿਹੜੇ ਨੇ ਇੱਥੇ ਆ ਕੇ ਲੈਣਾ ਕੀਤੇ। ਸੁੱਖ ਮੈਨੂੰ ਮਿਲੇ ਨੇ ਇਸ ਵਾਸਤੇ ਕਿਉਂਕਿ ਮੈਂ ਉਹ ਸਾਧੂਆਂ ਦੀ ਸੇਵਾ ਕੀਤੀ ਆਪਣੇ ਘਰ ਦੇ ਵਿੱਚ, ਉਹਨਾਂ ਨੇ ਮੈਨੂੰ ਵਰ ਬਖਸ਼ਿਆ ਹੈ। ਅਤਿਵ ਪੁਜਵੇ ਧਰਮ ਹਨ, ਅਥਿਤ ਪੂਜਵੇ, ਜਿਹੜਾ ਅਥਿਤੀ ਹੈ ਨਾ, ਵਿਦਵਾਨਾਂ ਨੇ ਲਿਖਿਆ ਗ੍ਰੰਥਾਂ ਦੇ ਵਿੱਚ ਅਥਿਤੀ ਦੇਵੋ ਭਵਾ, ਜਿਹੜਾ ਅਥਿਤੀ ਹੈ ਉਹ ਦੇਵਤੇ ਦੇ ਸਮਾਨ ਹੈ। ਜਿਸ ਤਰ੍ਹਾਂ ਕੋਈ ਦੇਵਤਾ ਕਿਸੇ ਦੇ ਘਰ ਵਿੱਚ ਚਰਨ ਪਾਵੇ ਤੇ ਉਹ ਘਰ ਪਵਿੱਤਰ ਹੋ ਜਾਂਦਾ ਹੈ। ਜਿਹੜਾ ਅਥਿਤੀ ਹੈ, ਜਿਹੜਾ ਪ੍ਰਾਹੁਣਾ ਹੈ ਜਾਂ ਲੋੜਵੰਦ ਹੈ, ਉਹ ਵੀ ਘਰ ਦੇ ਵਿੱਚ ਆਇਆ ਹੋਇਆ ਮਹਿਮਾਨ ਜਿਹੜਾ ਹੈ ਉਹ ਦੇਵਤੇ ਦੇ ਸਮਾਨ ਹੈ। ਜਿਹੜਾ ਸੇਵਾ ਕਰਦਾ ਉਹ ਸੁਖ ਪਾਉਂਦਾ ਹੈ। ਨਹਿ ਗ੍ਰਸਤੀ ਕਾ ਪਰ ਸਮਾਨ, ਇਸ ਕਰਕੇ ਗ੍ਰਸਤੀ ਦੇ ਸਮਾਨ ਕੋਈ ਹੋਰ ਦੂਸਰਾ ਨਹੀਂ ਹੈ। ਇਹ ਸਭ ਪੀਰ ਸੁਣੀ ਜਬ ਕੌਣ, ਜਦੋਂ ਪੀਰ ਨੇ ਸਾਰੀ ਗੱਲ ਸਵਰਗਾਂ ਵਿੱਚ, ਹੁਣ ਗੁਰੂ ਤੇਗ ਬਹਾਦਰ ਮਹਾਰਾਜ ਦੇ ਕਹਿਣ ਕਰਕੇ ਚਾਦਰ ਲੈ ਕੇ ਲੰਮੇ ਪਿਆ ਸੀ ਤੇ ਸੁਪਨੇ ਵਿੱਚ ਵੇਖਦਾ ਪਿਆ ਸਵਰਗਾਂ ਦੇ ਵਿੱਚ ਜਦੋਂ ਸਾਰੀ ਇਹ ਗੱਲ ਇਸਨੇ ਵੇਖੀ ਹੈ। ਕਰਿਓ ਜਗਾਵਨ ਪਰਿਓ ਜਥਾਨ, ਤੇ ਸਤਿਗੁਰਾਂ ਨੇ ਵੇਖ ਲਿਆ ਵੀ ਇਹਨੇ ਹੁਣ ਸਾਰਾ ਕੁਝ ਵੇਖ ਲਿਆ ਹੈ, ਜੋ ਸਮਝਾਉਣਾ ਸੀ ਅਸੀਂ ਦੱਸ ਦਿੱਤਾ। ਫਿਰ ਮਹਾਰਾਜ ਜੀਆਂ ਨੇ ਉਸ ਵੇਲੇ ਕਹਿ ਕੇ ਇਸ ਨੂੰ ਉਠਾ ਦਿੱਤਾ ਹੈ। ਚਰਨ ਪਰ ਬੰਧਨ ਕੀਨ, ਉੱਠਦਿਆਂ ਨਾਲ ਇਸ ਪੀਰ ਨੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਰਾਵਰ ਭੇਦ ਸਕਿਓ ਨ ਚੀਨ, ਕਹਿਣ ਲੱਗਾ ਮਹਾਰਾਜ ਮੈਂ ਤੁਹਾਡੇ ਭੇਦ ਨੂੰ ਜਾਣ ਨਹੀਂ ਸਕਿਆ, ਤੁਹਾਡੀ ਮਹਿਮਾ ਨੂੰ ਸਮਝ ਨਹੀਂ ਸਕਿਆ। ਹਾਂ, ਜੋ ਤੁਮ ਕਹੋ ਸੋ ਹੈ ਸਭ ਨੀਕੀ, ਮਹਾਰਾਜ ਜੋ ਤੁਸੀਂ ਕਹਿੰਦੇ ਹੋ, ਜੋ ਤੁਸੀਂ ਕਰਦੇ ਹੋ, ਇਹ ਸਭ ਤੋਂ ਚੰਗਾ, ਸਭ ਤੋਂ ਵਧੀਆ ਹੈ। ਰਾਵਰ ਕਰੈ ਬਿਨਾ ਬੋ ਫੀਕੀ, ਮਹਾਰਾਜ ਜੀ ਉਹ ਤੁਹਾਡੀ ਮਹਿਮਾ ਜਿਹੜੀ ਹੈ ਨਾ ਉਹ ਕਹੀ ਨਹੀਂ ਜਾ ਸਕਦੀ ਹੈ। ਰਾਵਰ ਕਰੇ ਬਿਨਾ ਉਹ ਫੀਕੀ, ਸੋ ਆਪ ਜੀ ਦੀ ਕਹਿਣੀ ਬਹੁਤ ਸੋਹਣੀ ਹੈ। ਆਪ ਜੀ ਦੀ ਕਰਨੀ ਉਹ ਹੈ ਜਿਸ ਦੇ ਵਿੱਚ ਕਦੇ ਫਿੱਕੀ ਨਹੀਂ ਪੈਂਦੀ ਹੈ, ਭਾਵ ਕਿ ਆਪ ਜੀ ਦੀ ਸੋਭਾ ਦੂਣੀ ਸਵਾਈ ਹੈ। ਜਗਤ ਉਦਾਹਰਨ ਧਾਰਨ ਤਨ ਕੋ, ਸਤਿਗੁਰੂ ਪਾਤਸ਼ਾਹ ਜੀ ਆਪ ਜੀਆਂ ਨੇ ਸਰੀਰ ਧਾਰਿਆ ਸੰਸਾਰ ਦਾ ਭਲਾ ਕਰਨ ਵਾਸਤੇ, ਆਪ ਜੀ ਦੁਨੀਆ ਵਿੱਚ ਆਏ ਹੋ। ਮੈਂ ਅਸ ਨਿਸ਼ਚੈ ਕੀਨ ਸੁਮਨ ਇਹ ਕੋ, ਆਪਣੇ ਮਨ ਵਿੱਚ ਮੈਂ ਨਿਸ਼ਚਾ ਕਰ ਲਿਆ, ਮੈਂ ਭਰੋਸਾ ਕਰ ਲਿਆ ਵੀ ਪਾਤਸ਼ਾਹ ਜੀ ਤੁਸੀਂ ਸੰਸਾਰ ਨੂੰ ਤਾਰਨ ਲਈ ਆਏ ਹੋ। ਸਤਿਗੁਰ ਖੁਸ਼ੀ ਭਏ ਸੁਨ ਬੇਨਤੀ, ਸਤਿਗੁਰੂ ਜੀ ਇਸ ਦੀ ਬੇਨਤੀ ਸੁਣ ਕੇ ਤੇ ਮਹਾਰਾਜ ਇਸ ਤੇ ਬੜੇ ਖੁਸ਼ ਹੋਏ ਹਨ। ਸ਼ਰਧਾ ਦਈ ਤਿਆਗ ਵੇ ਗਿਣਤੀ, ਤੇ ਕਹਿਣ ਲੱਗੇ ਵੀ ਉਸ ਵੇਲੇ ਸ਼ਰਧਾ ਦਈ, ਮਹਾਰਾਜ ਜੀਆਂ ਨੇ ਇਸ ਨੂੰ ਸ਼ਰਧਾ ਬਖਸ਼ਿਸ਼ ਕੀਤੀ ਹੈ ਅਤੇ ਸਾਰੀਆਂ ਗਿਣਤੀਆਂ ਮਿਣਤੀਆਂ ਜਿਹੜੀਆਂ ਨੇ ਉਹ ਛੱਡ ਦਿੱਤੀਆਂ ਹਨ। ਬੰਧਨ ਕਰਨ ਨਿਜ ਧਾਮ ਸਿਧਾਰਾ, ਇਸ ਤਰ੍ਹਾਂ ਇਹ ਜਿਹੜਾ ਪੀਰ ਹੈ ਬੰਦਨਾ ਕਰਕੇ ਨਮਸਕਾਰ ਕਰਕੇ ਤੇ ਆਪਣੇ ਘਰ ਨੂੰ ਚਲਾ ਗਿਆ ਹੈ। ਅਪਰਥਾਨ ਮੈਂ ਸੁਜਸ ਪਸਾਰਾ, ਤੇ ਹੋਰ ਥਾਵਾਂ ਤੇ ਜਾ ਕੇ ਉਸ ਵੇਲੇ ਬਹੁਤ ਜ਼ਿਆਦਾ ਜਸ ਜਿਹੜਾ ਹੈ ਉਹ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਦਾ ਇਸ ਪੀਰ ਨੇ ਕਹਿਣਾ ਕੀਤਾ ਹੈ। ਦੋਹਰਾ ਸੁੰਦਰ ਸਦਨ ਸੁਧਾਰ ਕਰਵਸੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਸ ਤਰ੍ਹਾਂ ਸੁੰਦਰ ਜਿਹੜਾ ਨਗਰ ਹੈ ਉਸ ਨੂੰ ਸੁਧਾਰਿਆ ਹੈ। ਬਸੇ ਗੁਰੂ ਮਹਾਰਾਜ, ਇਸ ਤਰ੍ਹਾਂ ਗੁਰੂ ਮਹਾਰਾਜ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਨੂੰ ਵਸਾ ਕੇ ਵਸੇ ਹੋਏ ਹਨ। ਪ੍ਰਜਾ ਬਸਾਵਨ ਪੁਨ ਕਰੀ ਦੇ ਕਰ ਬਿਦਨ ਸਮਾਜ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਉਸ ਵੇਲੇ ਪ੍ਰਜਾ ਨੂੰ ਵਸਾਇਆ ਹੈ, ਸੰਗਤਾਂ ਨੂੰ ਸਿੱਖਾਂ ਨੂੰ ਵਸਾਇਆ ਹੈ ਮਹਾਰਾਜ ਜੀਆਂ ਨੇ ਰਹਿਮਤ ਕਰਕੇ। ਚੌਪਈ ਨਿਤ ਪ੍ਰਤ ਸੰਗਤ ਆਏ ਨਵੀਨ, ਸਤਿਗੁਰਾਂ ਦੇ ਕੋਲ ਨਿਤਾ ਪ੍ਰਤੀ ਹਰ ਰੋਜ਼ ਬੇਅੰਤ ਸੰਗਤਾਂ ਆਉਂਦੀਆਂ ਹਨ। ਡੇਰਾ ਭਰੈ ਬਨ ਜੋਏ ਤੇ ਪੀਨ, ਸਤਿਗੁਰਾਂ ਦੇ ਕੋਲ ਸੰਗਤਾਂ ਡੇਰਾ ਕਰਦੀਆਂ ਤੇ ਬਹੁਤ ਵੱਡਾ ਵਪਾਰ ਆਨੰਦਪੁਰ ਸਾਹਿਬ ਦੇ ਵਿੱਚ ਹੁੰਦਾ ਹੈ। ਬੈਸਨ ਆਦ ਦੁਕਾਨ ਬਣਾਈ, ਕਹਿਣ ਲੱਗੇ ਵੀ ਜਿਹੜੇ ਬੈਸ ਸਨ, ਬੈਸ ਤੋਂ ਭਾਵ ਕਿ ਜਿਹੜੇ ਵੱਡੇ ਵੱਡੇ ਧਨਵਾਨ ਲੋਕ ਨੇ ਉਹਨਾਂ ਨੇ ਆਪੋ ਆਪਣੀਆਂ ਦੁਕਾਨਾਂ ਬਣਾ ਲਈਆਂ ਹਨ। ਗਨੀ ਗਰੀਬ ਵਸੈ ਸਮੁਦਾਈ, ਅਮੀਰ ਤੇ ਗਰੀਬ ਇੱਥੇ ਬਹੁਤੇ ਆ ਕੇ ਰਹਿੰਦੇ ਨੇ, ਗਰੀਬ ਦਿਹਾੜੀ ਮਜ਼ਦੂਰੀ ਕਰਨ ਵਾਸਤੇ
ਅਤੇ ਅਮੀਰ ਜਿਹੜੇ ਨੇ ਵਪਾਰ ਕਰਨ ਵਾਸਤੇ ਵਸੇ ਹਨ। ਕਿਤਕ ਸਿੱਖ ਹੀ ਰਚੈ ਤੇ ਆਵਾਸ, ਕੁਝ ਸਿੱਖ ਆਪਣੇ ਰਹਿਣ ਵਾਸਤੇ ਆਪਣਾ ਘਰ ਬਣਾਉਂਦੇ ਹਨ। ਹੇਤ ਜੀਵ ਕਾ ਕੀਨਕ ਬਾਸ, ਤੇ ਕਈ ਜੀਵਕਾ ਵਾਸਤੇ ਰੋਜੀ ਰੋਟੀ ਵਾਸਤੇ ਨਿਵਾਸ ਕਰਦੇ ਹਨ। ਕਿਰਤ ਕੇ ਕਰਨ ਹਾਰ ਨਰ ਬ੍ਰਿੰਦ, ਕੁਝ ਲੋਕ ਕੰਮ ਕਰਨ ਵਾਲੇ ਜਿਹੜੇ ਨੇ ਉਹਨਾਂ ਨੇ ਵੀ ਆਪਣੇ ਘਰ ਇੱਥੇ ਆ ਕੇ ਬਣਾਏ ਹਨ। ਬਸਿਆਨ ਕਰ ਢਿਗ ਬਖਸ਼ਿਨ, ਇਸ ਤਰ੍ਹਾਂ ਬਖਸ਼ਣਹਾਰ ਸਤਿਗੁਰਾਂ ਦੇ ਕੋਲ ਆ ਕੇ ਬੇਅੰਤ ਸੰਗਤਾਂ ਰਹਿੰਦੀਆਂ ਹਨ। ਆਏ ਸੰਕਰੇ ਨਿਤ ਨਰ ਨਾਰੀ, ਨਿਤਾ ਪ੍ਰਤੀ ਸੈਂਕੜੇ 100 ਦੀ ਗਿਣਤੀ ਵਿੱਚ, ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਇੱਥੇ ਦਰਸ਼ਨ ਨੂੰ ਅਨੰਦਪੁਰ ਸਾਹਿਬ ਵਿਖੇ ਆਉਂਦੀਆਂ ਹਨ। ਰਹਿ ਭੀਰ ਦਰਬਾਰ ਅਗਾਰੀ, ਸਤਿਗੁਰਾਂ ਦੇ ਦਰਬਾਰ ਦੇ ਵਿੱਚ ਬਹੁਤੀ ਭੀੜ ਸੰਗਤਾਂ ਦੀ ਲੱਗੀ ਰਹਿੰਦੀ ਹੈ। ਬ੍ਰਿੰਦ ਮਸੰਦ ਆਨੰਦ ਬਿਲੰਦੇ, ਬੇਅੰਤ ਮਸੰਦ ਜਿਹੜੇ ਬੜੀ ਖੁਸ਼ੀ ਦੇ ਨਾਲ ਮਹਾਰਾਜ ਦੇ ਕੋਲ ਆਉਂਦੇ ਹਨ। ਰਚਾ ਨਿਕੇਤ ਨਿਕਟ ਸੁਖ ਤੇ ਕੰਦੇ, ਸਤਿਗੁਰਾਂ ਦੇ ਕੋਲ ਆ ਕੇ ਇਹਨਾਂ ਨੇ ਘਰ ਬਣਾਉਣੇ ਸ਼ੁਰੂ ਕੀਤੇ ਤੇ ਘਰ ਬਣਾ ਕੇ ਮਹਾਰਾਜ ਸਾਹਿਬ ਜੀਆਂ ਦੇ ਕੋਲ ਰਹਿੰਦੇ ਹਨ। ਅਨਕ ਫਕੀਰਨ ਪੰਕਤ ਆਈ, ਤੇ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਕੋਲ ਕਈ ਸਾਧੂ ਸੰਤ ਪੀਰ ਫਕੀਰ ਤਿਆਗੀ ਵਿਰਾਗੀ ਮਹਾਤਮਾ ਮਹਾਂਪੁਰਖ ਵੀ ਆ ਕੇ ਰਹਿੰਦੇ ਹਨ। ਲਖੇ ਕਿਰਪਾਲ ਪਏ ਸ਼ਰਨਾਈ, ਕਿਉਂਕਿ ਉਹ ਜਾਣਦੇ ਨੇ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਬੜੇ ਕਿਰਪਾਲੂ ਨੇ ਤੇ ਅਸੀਂ ਇਹਨਾਂ ਦੀ ਸ਼ਰਨ ਵਿੱਚ ਪੈ ਕੇ ਆਪਣੇ ਆਪ ਦਾ ਭਲਾ ਕਰ ਲਵਾਂਗੇ। ਬੰਧਨ ਕਰ ਬੈਠੇ ਨਿਤ ਪਾਸ, ਇਸ ਤਰ੍ਹਾਂ ਕਹਿਣ ਲੱਗੇ ਵੀ ਮਹਾਂਪੁਰਖ ਜਿਹੜੇ ਸਾਧੂ ਸੰਤ ਨੇ ਉਹ ਵੀ ਨਮਸਕਾਰਾਂ ਕਰ ਕਰਕੇ ਮਹਾਰਾਜ ਦੇ ਕੋਲ ਬੈਠਦੇ ਹਨ। ਬਨਹਿ ਦੇਗ ਤੇ ਅਚਵਹਿ ਗਰਾਸ, ਤੇ ਸਤਿਗੁਰਾਂ ਦੇ ਘਰ ਦੇ ਵਿੱਚ ਬੇਅੰਤ ਲੰਗਰ ਤਿਆਰ ਹੁੰਦਾ ਹੈ ਤੇ ਸਾਰੀਆਂ ਸੰਗਤਾਂ ਲੰਗਰ ਵਿੱਚੋਂ ਭੋਜਨ ਪ੍ਰਸ਼ਾਦਾ ਛਕਦੀਆਂ ਹਨ। ਵਾਂਛਤ ਬਸਤਰ ਪਾਇਗਨ ਰਹੇ, ਤੇ ਸਤਿਗੁਰਾਂ ਦੇ ਕੋਲ ਉਹ ਮਨ ਬਾਂਛਤ ਬਸਤਰ ਅਤੇ ਇਸੇ ਤਰ੍ਹਾਂ ਵਸਤੂਆਂ ਜਿਹੜੀਆਂ ਨੇ ਉਹ ਪ੍ਰਾਪਤ ਹੁੰਦੀਆਂ ਹਨ। ਜਨਮ ਸੁਧਾਰੈ ਗੁਰ ਗੁਰ ਇਹ ਕਹੈ, ਜਿਹੜੇ ਸਾਧੂ ਸੰਤ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਕੋਲ ਰਹਿੰਦੇ ਨੇ, ਆਪਣੇ ਜਨਮ ਨੂੰ ਸੁਧਾਰਦੇ ਪਏ ਗੁਰੂ ਦਾ ਜਾਪ ਕਰਦੇ ਹਨ। ਕੇਤਕ ਦਾਸ ਸਦਾ ਰਹਿ ਤੇ ਸਾਥ, ਕੁਝ ਕੁ ਦਾਸ ਨੇ ਸੇਵਕ ਨੇ ਜਿਹੜੇ ਸਦਾ ਹੀ ਮਹਾਰਾਜ ਜੀਆਂ ਦੇ ਕੋਲ ਹਰ ਵੇਲੇ ਸੇਵਾ ਵਿੱਚ ਰਹਿੰਦੇ ਹਨ। ਸੇਵਾ ਕਰੈ ਜੋਰ ਕਰ ਹਾਥ, ਤੇ ਕੁਝ ਜਿਹੜੇ ਆ ਸੰਗਤਾਂ ਨੇ ਹੱਥ ਜੋੜ ਕੇ ਮਹਾਰਾਜ ਸਾਹਿਬ ਜੀ ਦੇ ਕੋਲੋਂ ਸੇਵਾ ਮੰਗਦੀਆਂ ਹਨ। ਦਿਨ ਪ੍ਰਤ ਐਸ਼ਵਰਜ ਵਧੈ ਵਿਸਲ, ਦਿਨਾਂ ਪ੍ਰਤੀ ਹਰ ਰੋਜ਼ ਸਮੱਗਰੀ ਪਦਾਰਥ ਵਸਤੂਆਂ ਗੁਰੂ ਘਰ ਦੇ ਵਿੱਚ ਬੇਅੰਤ ਆਉਂਦੀਆਂ ਤੇ ਬੇਅੰਤ ਵਾਧਾ ਹੋ ਰਿਹਾ ਹੈ। ਦੋਗੁਣਾ ਚੌਗੁਣਾ 10 ਗੁਣ ਜਲ, ਕਦੇ ਦੁੱਗਣਾ 2 ਗੁਣਾ ਕਮਾਈ, ਕਦੇ ਚੌਗੁਣਾ 4 ਗੁਣਾ ਕਮਾਈ ਤੇ ਕਦੇ 10 ਗੁਣਾ ਧਨ ਤੇ ਪਦਾਰਥ ਗੁਰੂ ਘਰ ਦੇ ਵਿੱਚ ਆਉਂਦੇ ਹਨ। ਇਕ ਆਵੈ ਸੰਗਤ ਇਕ ਜਾਹੀ, ਕੁਝ ਸੰਗਤਾਂ ਦਰਸ਼ਨ ਕਰਨ ਵਾਸਤੇ ਆਨੰਦਪੁਰ ਨੂੰ ਤੁਰੀਆਂ ਆਉਂਦੀਆਂ, ਕੁਝ ਸੰਗਤਾਂ ਦਰਸ਼ਨ ਕਰਕੇ ਆਨੰਦਪੁਰ ਸਾਹਿਬ ਤੋਂ ਤੁਰੀਆਂ ਜਾਂਦੀਆਂ ਹਨ। ਅਸਰਿਓ ਸੁਜਸ ਅਸ਼ਟ ਦੇ ਤੇ ਸਮਾਹੀ, ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਜਸ ਹਰ ਪਾਸੇ ਹਰੇਕ ਦਿਸ਼ਾ ਦੇ ਵਿੱਚ ਹਰੇਕ ਕੋਨੇ ਦੇ ਵਿੱਚ ਮਹਾਰਾਜ ਜੀ ਦਾ ਜਸ ਫੈਲਿਆ ਹੈ। ਜੇ ਦੁਰਲਭ ਹੈ ਅਨਕ ਕੋਰੇ, ਜਿਹੜੀਆਂ ਵਸਤੂਆਂ ਦੁਰਲਭ ਨੇ, ਦੁਰਲਭ ਤੋਂ ਭਾਵ ਇਹ ਹੈ ਵੀ ਜਿਹੜੀਆਂ ਨਹੀਂ ਮਿਲਣ ਵਾਲੀਆਂ ਜਾਂ ਬਹੁਤੇ ਪੈਸੇ ਦੇ ਕੇ ਜਾਂ ਬਹੁਤੀ ਮਿਹਨਤ ਨਾਲ ਵੱਡੇ ਸ਼ਹਿਰਾਂ ਚੋਂ ਮਿਲਦੀਆਂ, ਜਿਹੜੇ ਇਹੋ ਜਿਹੇ ਬਹੁਮੁੱਲੇ ਤੋਹਫੇ ਹਨ। ਅਰਪਣ ਕਰੈ ਖਰੇ ਕਰ ਜੋਰੇ, ਇਹ ਸੰਗਤਾਂ ਇਹੋ ਜੀਆਂ ਭੇਟਾਵਾਂ, ਦੁਰਲਭ ਭੇਟਾਵਾਂ, ਮਹਿੰਗੀਆਂ ਭੇਟਾਵਾਂ, ਵੱਡੇ ਸ਼ਹਿਰਾਂ ਦੇ ਵਧੀਆ ਪਦਾਰਥ ਮਹਾਰਾਜ ਨੂੰ ਹੱਥ ਜੋੜ ਕੇ ਭੇਟ ਕਰਦੇ ਹਨ। ਅੰਬਰ ਪਸ਼ਮ ਅੰਬਰ ਪਾਟੰਬਰ, ਕਹਿਣ ਲੱਗੇ ਬੜੇ ਸੋਹਣੇ ਬਸਤਰ, ਭਾਵੇਂ ਉਹ ਪਸ਼ਮੀਨੇ ਦੇ ਬਣੇ ਹੋਏ ਨੇ, ਭਾਵੇਂ ਰੇਸ਼ਮ ਦੇ ਬਣੇ ਹੋਏ ਨੇ, ਭਾਵੇਂ ਰੂਈ ਦੇ ਬਣੇ ਹੋਏ, ਐਸੇ ਬਸਤਰ ਮਹਾਰਾਜ ਦੇ ਭੇਟ ਚੜ੍ਹਦੇ ਹਨ। ਸੁੰਦਰ ਆਦ ਊਨ ਕੇ ਤੇ ਕੰਬਲ, ਭਾਵੇਂ ਕੰਬਲ ਨੇ ਤੇ ਭਾਵੇਂ ਉੱਨ ਦੇ ਬਣੇ ਹੋਏ ਕੁਝ ਦੋਹਰਾਂ ਨੇ ਜਾਂ ਖੇਸ ਵਗੈਰਾ ਨੇ, ਐਸੇ ਬਸਤਰਾਂ ਦੇ ਢੇਰ ਜਿਹੜੇ ਨੇ ਮਹਾਰਾਜ ਦੇ ਘਰ ਵਿੱਚ ਲੱਗਦੇ ਹਨ। ਸ੍ਰੀ ਗੁਜਰੀ ਹਿਤ ਘਨੋਂ ਮਾਤਾ ਵਿਭੂਖਨ, ਸਾਹਿਬ ਮਾਤਾ ਗੁਜਰੀ ਜੀ ਜੋ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਸੁਪਤਨੀ ਹਨ, ਉਹਨਾਂ ਦੇ ਵਾਸਤੇ ਸੰਗਤਾਂ ਗਹਿਣੇ ਬਣਾ ਕੇ ਲਿਆਉਂਦੀਆਂ ਹਨ। ਅੱਗੇ ਅਰਪੈ ਆਨ ਅਦੁਖਨ, ਤੇ ਕਹਿਣ ਲੱਗੇ ਇਸੇ ਤਰ੍ਹਾਂ ਗੁਰੂ ਪਾਤਸ਼ਾਹ ਜੀ ਜਿਹੜੇ ਦੁੱਖਾਂ ਤੋਂ ਰਹਿਤ ਕਰਨ ਵਾਲੇ ਨੇ, ਉਹਨਾਂ ਨੂੰ ਲਿਆ ਕੇ ਸੰਗਤ ਭੇਟ ਕਰਦੀ ਹੈ। ਧਨ ਕੀ ਗਨਤੀ ਕਛੂ ਨਾ ਹੋਏ, ਗੁਰੂ ਘਰ ਦੇ ਵਿੱਚ ਕਿੰਨੀ ਮਾਇਆ ਆਉਂਦੀ ਹੈ, ਇਸ ਗੱਲ ਦੀ ਕੋਈ ਗਿਣਤੀ ਕੋਈ ਹਿਸਾਬ ਕਿਤਾਬ ਨਹੀਂ ਹੈ। ਦਿਨ ਪ੍ਰਤ ਗੁਰ ਆਗੇ ਮੌਜੋਏ, ਦਿਨਾਂ ਪ੍ਰਤੀ ਹਰ ਰੋਜ਼ ਬੇਅੰਤ ਭੰਡਾਰੇ ਸਤਿਗੁਰਾਂ ਦੇ ਕੋਲ ਆਉਂਦੇ ਹਨ। ਪਿਖ ਸ੍ਰੀ ਤੇਗ ਬਹਾਦਰ ਦਰਬ, ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਜਦੋਂ ਬਹੁਤੀ ਮਾਇਆ ਆਉਂਦੀ ਹੈ, ਉਸ ਵੱਲ ਵੇਖ ਕੇ ਖਰਚਤ ਕਰਤ ਜਾਤ ਤਿਮ ਸਰਵ, ਤੇ ਸਤਿਗੁਰੂ ਜੀ ਸਾਰੀ ਮਾਇਆ ਸੰਗਤਾਂ ਵਿੱਚ ਹੀ ਖਰਚ ਕਰ ਦਿੰਦੇ, ਕਦੇ ਜੋੜਦੇ ਨਹੀਂ। ਜਿੰਨੀ ਮਾਇਆ ਆਉਂਦੀ ਉਹਨੇ ਘਰ ਬਣਾ ਕੇ ਸੰਗਤਾਂ ਨੂੰ ਦਿੰਦੇ ਹਨ। ਨਗਰ ਬਸਾਵਨ ਮੈਂ ਬਹੁ ਸਤਿਗੁਰੂ ਪਾਤਸ਼ਾਹ ਨੇ ਬੜੀ ਮਾਇਆ ਜਿਹੜੀ ਹੈ ਸ਼ਹਿਰ ਆਨੰਦਪੁਰ ਵਸਾਉਣ ਦੇ ਵਿੱਚ ਲਾ ਦਿੱਤੀ ਹੈ। ਜਹ ਕਹਿ ਸੁੰਦਰ ਬਨਨ ਕੇ, ਜਿੱਥੇ ਕਿੱਥੇ ਬੜੇ ਸੁੰਦਰ ਸੋਹਣੇ ਘਰ ਬਣਦੇ ਪਏ
ਗਏ ਹਨ। ਦੀਰਘ ਦੇਗ ਬਣੈ ਜੁਗ ਕਲ। ਸਤਿਗੁਰਾਂ ਦੇ ਲੰਗਰ ਵਿੱਚ ਬੜੇ ਬੜੇ ਵੱਡੇ ਲੰਗਰ ਪ੍ਰਸ਼ਾਦੇ ਭੋਜਨ ਪਦਾਰਥ ਤਿਆਰ ਹੁੰਦੇ ਹਨ। ਬਹੁਤ ਖਰਚ ਲੈ ਅਨ ਵਿਸਾਲਾ। ਇਹ ਕਹਿਣ ਲੱਗੇ ਵੀ ਇਸ ਤਰ੍ਹਾਂ ਬਹੁਤ ਖਰਚ ਵੀ ਗੁਰੂ ਘਰ ਦਾ, ਜੇ ਮਾਇਆ ਬੜੀ ਆਉਂਦੀ ਹੈ ਤੇ ਖਰਚੀਲਾ ਖਰਚਾ ਵੀ ਬਹੁਤਾ ਹੈ। ਸਿਰੋਂ ਪਾਉ ਸਿੱਖਿਅਨ ਕੋ ਦੇ। ਮਹਾਰਾਜ ਆਪਣੇ ਸਿੱਖਾਂ ਨੂੰ ਸਿਰੋਂ ਪਾਉ ਬਖਸ਼ਿਸ਼ ਕਰਦੇ, ਨਾਲ ਮਾਇਆ ਵੀ ਮਹਾਰਾਜ ਜੀ ਉਸ ਵੇਲੇ ਦਿੰਦੇ ਹਨ। ਲੇਤ ਸ਼ਰੇ ਕੋ ਹੱਥ ਸੁਚੇਤ। ਤੇ ਕਹਿਣ ਲੱਗੇ ਸੰਗਤਾਂ ਸ਼ਰੇ ਮੁਕਤੀ ਵੀ ਲੈ ਰਹੀਆਂ, ਸਾਵਧਾਨ ਹੋ ਕਰਕੇ ਮਹਾਰਾਜ ਦੀ ਸੇਵਾ ਕਰਦੀਆਂ ਹਨ। ਕਿਤੇ ਆਦਿਕ ਬਹੁ ਕਾਰਨ ਔਰ। ਕਹਿਣ ਲੱਗੇ ਵੀ ਇਤਿਆਦਿਕ ਕਈ ਕਾਰਨ ਨੇ ਜਿਹੜੀਆਂ ਸੇਵਾਵਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਅਨੰਦਪੁਰ ਸਾਹਿਬ ਕਰਵਾਉਂਦੇ ਹਨ। ਖਰਚ ਕਰਤ ਸੋਢੀ ਸਿਰ ਮੌਰ। ਤੇ ਸੋਢੀਆਂ ਦੀ ਕੁਲ ਦੇ ਸ਼੍ਰੋਮਣੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਬੇਅੰਤ ਮਾਇਆ ਬੇਅੰਤ ਸੰਗਤਾਂ ਵਿੱਚ ਵੰਡਦੇ ਹਨ। ਇਸ ਵਿਦ ਕਿਤਕ ਬਿਤੇ ਮਹੀਨੇ। ਕਹਿੰਦੇ ਵੀ ਇਸ ਤਰ੍ਹਾਂ ਕਈ ਮਹੀਨੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਅਨੰਦਪੁਰ ਸਾਹਿਬ ਦੇ ਵਿੱਚ ਬਤੀਤ ਹੋ ਗਏ। ਗੁਰੂ ਬਿਦਤ ਸਭ ਦੇਸ਼ਨ ਤੇ ਚੀਨੇ। ਸਾਰਿਆਂ ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਗੁਰੂ ਪ੍ਰਗਟ ਪਾਤਸ਼ਾਹ ਜੀ ਹੋ ਗਏ ਹਨ। ਜੋ ਸ਼ਰੀਕ ਸੋਢੀ ਕੁਲ ਹੈ। ਤੇ ਜਿਹੜੇ ਸੋਢੀਆਂ ਦੇ ਕੁਲ ਦੇ ਸ਼੍ਰੋਮਣੀ ਗੁਰੂ ਤੇਗ ਬਹਾਦਰ ਪਾਤਸ਼ਾਹ ਹਨ। ਮਤਸਰ ਸਹਿਤ ਬਿਸਮ ਉਰ ਰਹੇ। ਪਰ ਬਾਕੀ ਜਿਹੜੇ ਸੋਢੀ ਨੇ ਉਹ ਗੁਰੂ ਤੇਗ ਬਹਾਦਰ ਦੀ ਉਪਮਾ ਸੋਭਾ ਵਡਿਆਈ ਵੇਖ ਕੇ ਤੇ ਈਰਖਾ ਕਰਦੇ, ਕਿਉਂਕਿ ਉਹ ਪਹਿਲਾਂ ਇਹ ਗੱਲ ਕਹਿੰਦੇ ਸਨ ਵੀ ਇਹ ਤੇ ਸਿਧਰੇ ਨੇ, ਇਹਨਾਂ ਨੂੰ ਤੇ ਦੁਨੀਆਦਾਰੀ ਦਾ ਪਤਾ ਹੀ ਨਹੀਂ ਹੈ, ਇਹ ਤੇ ਬਹੁਤ ਭੋਲੇ ਨੇ। ਪਰ ਜਦੋਂ ਹੁਣ ਬੇਅੰਤ ਸੰਗਤਾਂ ਆਉਂਦੀਆਂ ਮਹਾਰਾਜ ਦੇ ਕੋਲ, ਸਤਿਗੁਰੂ ਵੈਰਾਗਮਈ ਉਪਦੇਸ਼ ਬਖਸ਼ਿਸ਼ ਕਰਦੇ, ਹੁਣ ਉਹ ਜਿਹੜੇ ਸੋਢੀ ਪਹਿਲਾਂ ਗੱਲਾਂ ਕਰਦੇ ਸਨ ਤੇ ਹੁਣ ਉਹ ਬਹੁਤ ਜ਼ਿਆਦਾ ਈਰਖਾ ਦੇ ਵਿੱਚ ਸੜਦੇ ਹਨ। ਕਿਸ ਪ੍ਰਕਾਰ ਵਿਵਹਾਰ ਮਝਾਰੀ। ਤੇ ਉਸ ਵੇਲੇ ਸੋਚਦੇ ਨੇ ਵੀ ਇੰਨੇ ਕੰਮ ਪਹਿਲਾਂ ਤੇ ਕਦੇ ਇਹਨਾਂ ਨੇ ਕੀਤੇ ਨਹੀਂ, ਕਦੇ ਇੰਨੇ ਕੰਮ ਦੇ ਵਿੱਚ ਪਹਿਲਾਂ ਸਿਆਣੇ ਨਹੀਂ ਸਨ। ਨਹਿ ਮਤ ਹੁਤੀ ਬਿਤੀ ਬੈਸਾਰੀ। ਇਹਨਾਂ ਦੀ ਤੇ ਸਾਰੀ ਉਮਰਾਂ ਲੰਘ ਗਈ ਸੀ, ਪਹਿਲਾਂ ਤੇ ਕਦੇ ਇਹਨਾਂ ਨੇ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ। ਜਿਹੜੇ ਬਾਕੀ ਨੇ ਨਾ ਸੋਢੀ ਮਹਾਰਾਜ ਦੇ ਸ਼ਰੀਕੇ ਦੇ ਵਿੱਚ, ਉਹ ਗੱਲਾਂ ਬਣਾ ਕੇ ਦੱਸਦੇ, ਕਹਿਣ ਲੱਗੇ ਵੀ ਅਸੀਂ ਤੇ ਇਹਨਾਂ ਨੂੰ ਕਦੇ ਕੰਮ ਕਰਦੇ ਵੇਖਿਆ ਨਹੀਂ ਤੇ ਨਾ ਹੀ ਕਦੇ ਇੰਨੇ ਸਿਆਣੇ ਵੇਖਿਆ ਹੈ। ਲਖੈ ਨਲਾਇਕ ਸਗਲੇ ਜਾਹੂ। ਅਸੀਂ ਤੇ ਜਾਣਦੇ ਸਾਂ ਵੀ ਇਹ ਬੜੇ ਨਲਾਇਕ ਨੇ, ਕੰਮਕਾਰ ਇਹਨਾਂ ਨੂੰ ਕਰਨਾ ਨਹੀਂ ਆਉਂਦਾ ਹੈ। ਜਿਮ ਨਿਸ਼ਚੈ ਗੁਰ ਕੀ ਨਸਤਾਹੂ। ਤੇ ਇਹ ਸੰਗਤਾਂ ਨੇ ਕਿਵੇਂ ਨਿਸ਼ਚਾ ਕਰ ਲਿਆ, ਸੰਗਤਾਂ ਨੇ ਕਿਵੇਂ ਇਹਨਾਂ ਤੇ ਭਰੋਸਾ ਕਰ ਲਿਆ, ਇੰਨੇ ਭਰੋਸੇ ਦੇ ਯੋਗ ਨਹੀਂ ਹਨ। ਬੜ ਐਸ਼ਵਰਜ ਵਧਿਓ ਤਤਕਾਲ। ਇਹਨਾਂ ਦੇ ਕੋਲ ਬੜਾ ਧਨ ਆ ਗਿਆ, ਬੜੀ ਮਾਇਆ ਆ ਗਈ ਹੈ, ਬੜੇ ਪਦਾਰਥ ਬੜੇ ਸੁਖ ਆ ਗਏ ਹਨ। ਦੇਖਾ ਦੇਖੀ ਮਨ ਕੋ ਜਾਲਾ। ਵੇਖੋ ਵੇਖੀ ਬੜੇ ਲੋਕ ਇਹਨਾਂ ਦੇ ਕੋਲ ਆ ਗਏ ਨੇ, ਇੰਨੀਆਂ ਸੰਗਤਾਂ ਇਹਨਾਂ ਕੋਲ ਆਉਣਗੀਆਂ ਕਦੇ ਸੋਚਿਆ ਨਹੀਂ ਸੀ। ਇਸ ਤਰ੍ਹਾਂ ਜਿਹੜੇ ਸੋਢੀ ਗੱਲਾਂ ਕਰਦੇ ਹਨ। ਹਮਕੋ ਤਾਜ ਤਾਜ ਤਿਸ ਢਿੱਗ ਤੇ ਗਏ। ਸੰਗਤਾਂ ਸਾਨੂੰ ਛੱਡ ਕੇ ਇਹਨਾਂ ਦੇ ਕੋਲ ਚਲੇ ਗਈਆਂ। ਹੁਣ ਉਹ ਸੋਢੀ ਈਰਖਾ ਦੇ ਵਸ ਵਿੱਚ ਪਏ ਹੋਏ ਕਹਿਣ ਲੱਗੇ ਵੀ ਸਾਨੂੰ ਛੱਡ ਕੇ ਸਿੱਖ ਸੰਗਤਾਂ ਇਹਨਾਂ ਦੇ ਕੋਲ ਚਲੇ ਗਈਆਂ ਹਨ। ਇੱਕ ਮੱਖਣ ਨੇ ਅਸ ਬਿਦ ਤੇ ਕਹੇ। ਕੁਝ ਆਖਦੇ ਵੀ ਨਹੀਂ ਭਾਈ, ਇਹ ਤੇ ਮੱਖਣ ਸ਼ਾਹ ਲਵਾਣੇ ਦਾ ਕਸੂਰ ਹੈ, ਉਹਨੇ ਦੁਨੀਆ ਨੂੰ ਸੰਗਤ ਨੂੰ ਪ੍ਰੇਰ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਵੱਲ ਘੱਲਿਆ ਹੈ। ਅਜ ਹੁਣ ਕੁਛ ਵਿਚਾਰ ਉਰ ਆਇਓ। ਤੇ ਅਜੇ ਵੀ ਕੋਈ ਮਨ ਦੇ ਵਿੱਚ ਵਿਚਾਰ, ਕੋਈ ਸੋਝੀ, ਕੋਈ ਸਮਝ ਨਹੀਂ ਆਈ ਹੈ। ਧੀਰ ਮਲ ਘਰ ਗ੍ਰੰਥ ਪਹੁੰਚਾਇਓ। ਤੇ ਕੁਝ ਲੋਕ ਆਖਦੇ ਵੀ ਨਹੀਂ, ਭਾਵੇਂ ਗੁਰਤਾ ਗੱਦੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਕੋਲ ਹੈ, ਭਾਵੇਂ ਧਨ ਉਹਨਾਂ ਦੇ ਕੋਲ ਬੜਾ ਆਉਂਦਾ, ਪਰ ਹਾਲੇ ਵੀ ਸਿਆਣੇ ਨਹੀਂ ਹੋਏ। ਕਿਸੇ ਦੂਜੇ ਨੇ ਆਖਿਆ ਵੀ ਕਿਵੇਂ ਨਹੀਂ ਸਿਆਣੇ ਹੋਏ, ਇਹ ਗੱਲ ਕਿਵੇਂ ਕਹਿ ਦਿੱਤੀ ਹੈ। ਕਹਿਣ ਲੱਗੇ ਜੇ ਸਿਆਣੇ ਹੁੰਦੇ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਦੇ ਵੀ ਧੀਰਮਲ ਦੇ ਕੋਲ ਨਾ ਭੇਜਦੇ, ਆਪਣੇ ਕੋਲ ਰੱਖ ਲੈਂਦੇ। ਪਰ ਉਹਨਾਂ ਨੇ ਆਪਣੇ ਘਰ ਦਾ ਸਰੂਪ ਧੀਰਮਲ ਨੂੰ ਦੇ ਦਿੱਤਾ। ਇੱਥੋਂ ਪਤਾ ਲੱਗਦਾ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਹਾਲੇ ਵੀ ਕੋਈ ਬਹੁਤੀ ਸਿਆਣਪ ਨਹੀਂ ਹੈ। ਦੁਰਲਭ ਵਸਤ ਨਿਜ ਵੱਡਿਆਂ ਕਰਕੇ। ਆਪਣੇ ਵੱਡਿਆਂ ਦੀ ਜਿਹੜੀ ਦੁਰਲਭ ਵਸਤੂ ਹੈ, ਮਹਿਮਾ ਲਖ ਨਾ ਸਕਿਓ ਅਸਬਰ ਕੀ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਦੀ ਮਹਿਮਾ ਜਾਣ ਨਹੀਂ ਸਕੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਗੁਰੂ ਅਰਜਨ ਸਾਹਿਬ ਨੇ ਲਿਖਵਾਇਆ ਸੀ ਤੇ ਬੜੀ ਵੱਡੀ ਦਾਤ ਹੈ ਜਿਹੜੀ ਕਿ ਕੋਲ ਰਹਿਣੀ ਚਾਹੀਦੀ ਸੀ। ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਇੰਨੀ ਸਮਝ ਨਹੀਂ ਹੈ। ਕਹਿ ਧਰ ਤਰਾਸ ਫੇਰ ਕਰ ਤੇ ਦੀਨਾ। ਕੁਝ ਆਖਦੇ ਨੇ ਵੀ ਹੋ ਸਕਦਾ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਡਰ ਗਏ ਹੁਣ ਧੀਰਮਲ ਦੇ ਕੋਲੋਂ, ਨੇ ਗੋਲੀ ਜੂ ਚਲਾਈ ਹੈ ਸਤਿਗੁਰਾਂ ਦੇ ਉੱਪਰ, ਤੇ ਹੋ ਸਕਦਾ ਵੀ ਤਾਂ ਇਹਨਾਂ ਨੇ ਸਰੂਪ ਮੋੜਿਆ ਹੈ। ਰਾਖਿਓ ਨਿਕਟ ਨਾ ਕਿਆ ਇਹ ਕੀਨਾ। ਤੇ ਤਾਂ ਇਹਨਾਂ ਨੇ ਕੋਲ ਨਹੀਂ ਰੱਖਿਆ। ਪਰ ਕੁਝ ਆਖਦੇ ਵੀ ਇਹ ਜੋ ਵੀ ਕੁਝ ਕੀਤਾ ਨਾ ਮਾੜਾ ਹੀ ਕੀਤਾ ਹੈ। ਜੇ ਇੰਨੇ ਸਿਆਣੇ ਹੁੰਦੇ ਤੇ ਗੁਰੂ ਗ੍ਰੰਥ ਸਾਹਿਬ ਦਾ ਕਦੇ ਸਰੂਪ ਨਾ ਮੋੜਦੇ। ਇਹਨਾਂ ਨੇ ਸਿਆਣਪ ਨਹੀਂ ਕੀਤੀ, ਨਲਾਇਕੀ ਕੀਤੀ ਹੈ। ਕੁਝ ਆਖਦੇ ਧੀਰਮਲ ਤੋਂ ਡਰ ਕੇ ਸਰੂਪ ਮੋੜਿਆ, ਤੇ ਕੁਝ ਆਖਦੇ ਨਲਾਇਕੀ ਦੇ ਨਾਲ ਮੋੜਿਆ। ਐਸੀਆਂ ਗੱਲਾਂ ਉਸ ਵੇਲੇ ਦੇ ਸੋਢੀ ਜਿਹੜੇ ਨੇ ਗੁਰੂ ਤੇਗ ਬਹਾਦਰ ਦੇ ਪ੍ਰਤੀ ਕਹਿੰਦੇ ਹਨ। ਜੋ ਸੰਗਤ ਹਮ ਮਾਨਨ ਲਾਗੀ। ਜਿਹੜੀ ਸੰਗਤਾਂ ਸਾਨੂੰ ਮੰਨਣ ਲੱਗ ਪਈਆਂ ਹਨ, ਸਹਿਤ ਉਪਾਇਨ ਸੋਭ ਉਹ ਭਾਗੀ। ਸੰਗਤਾਂ ਸਾਡੇ ਕੋਲੋਂ ਚਲੇ ਗਈਆਂ। ਜਦੋਂ ਬਾਕੀ ਸੋਢੀਆਂ ਦੀਆਂ ਕਰਤੂਤਾਂ ਵੇਖੀਆਂ ਨਾ ਸੰਗਤ ਨੇ, ਹੁਣ 22 ਗੁਰੂ ਬਣੇ ਸਨ ਤੇ ਇੱਕੇ ਦਿਨ ਤੇ ਉਹ ਘਰੇ ਨਹੀਂ ਚਲੇ ਗਏ।
ਪੂਜਾ ਤੇ ਉਹ ਵੀ ਆਪਣੀ ਕਰਾਉਂਦੇ ਰਹੇ, ਪਰ ਹੌਲੀ ਹੌਲੀ ਕਰਕੇ ਉਹਨਾਂ ਦੀ ਪੂਜਾ ਬੰਦ ਹੋ ਗਈ। ਸੰਗਤਾਂ ਉਹਨਾਂ ਕੋਲੋਂ ਆਉਣੋਂ ਹਟ ਗਈਆਂ, ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਕੋਲ ਚਲੇ ਗਈਆਂ। ਉਹ ਜਿਹੜੇ 22 ਗੁਰੂ ਸਨ ਉਹ ਗੱਲਾਂ ਕਰਦੇ, ਕਹਿਣ ਲੱਗੇ ਵੀ ਸਾਡੇ ਕੋਲ ਜਿਹੜੀ ਸੰਗਤ ਆਉਂਦੀ ਸੀ ਉਹ ਸਾਰੀ ਸਾਨੂੰ ਛੱਡ ਕੇ ਚਲੇ ਗਈ ਹੈ। ਇਤਿਆਦਿਕ ਸੋਢੀ ਦੁਖ ਪਾਵੇਂ। ਕਹਿੰਦੇ ਵੀ ਇਸ ਤਰ੍ਹਾਂ ਸੋਢੀ ਜਿਹੜੇ ਨੇ 22 ਗੁਰੂ ਪਹਿਲਾਂ ਬਣੇ ਸਨ, ਕੱਚੇ ਪਿੱਲੇ, ਬੜੇ ਦੁਖੀ ਹੋ ਰਹੇ ਹਨ। ਆਓ ਗੁਣ ਕਲਪੈ ਅਨਕ ਸੁਣਾਵੇ। ਤੇ ਸਤਿਗੁਰਾਂ ਦੇ ਔਗਣ ਕਹਿ ਕੇ, ਔਗਣ ਭਾਵੇਂ ਨਹੀਂ ਹੁੰਦਾ ਤਾਂ ਵੀ ਮਹਾਰਾਜ ਦੀ ਨਿੰਦਿਆ ਕਰਨ ਵਾਸਤੇ ਕੋਈ ਨਾ ਕੋਈ ਐਸੀ ਨਵੀਂ ਗੱਲ ਕਰ ਕਰਕੇ ਦੁਨੀਆ ਨੂੰ ਸੁਣਾਉਂਦੇ ਹਨ। ਜਿਉਂ ਜਿਉਂ ਧੀਰ ਮਾਲ ਜਸ ਸੁਣੇ। ਜਿਵੇਂ ਜਿਵੇਂ ਧੀਰਮਲ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਜਸ ਨੂੰ ਸੁਣਦੇ ਹਨ। ਸੰਗਤ ਜਾਤ ਦਖ ਸਿਰ ਧੁਨੈ। ਤੇ ਸੰਗਤ ਨੂੰ ਜਾਂਦਿਆਂ ਵੇਖ ਕੇ ਵੀ ਸੰਗਤ ਜਾਂਦੀ ਪਈ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਕੋਲ, ਤੇ ਆਪਣੇ ਸਿਰ ਨੂੰ ਹਿਲਾ ਕੇ ਬੜਾ ਪਛਤਾਉਂਦਾ ਹੈ। ਮਹਿਮਾ ਮਨ ਮੈਂ ਮਾਨੈ ਨੀਕੀ। ਇਹ ਸਤਿਗੁਰਾਂ ਦੀ ਮਹਿਮਾ ਮਨ ਵਿੱਚ ਜਾਣਦਾ ਵੀ ਹੈ ਧੀਰਮਲ, ਕਿਉਂਕਿ ਇਸਨੇ ਵੇਖ ਲਿਆ ਨਾ ਵੀ ਮੈਂ ਬਿਆਸ ਦਰਿਆ ਵਿੱਚ ਬੜੀਆਂ ਟੁੱਬੀਆਂ ਮਾਰੀਆਂ ਪਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਮਿਲਿਆ। ਜਦੋਂ ਅਰਦਾਸ ਕੀਤੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਨਾਮ ਲੈ ਕੇ, ਉਦੋਂ ਮੈਨੂੰ ਪਾਣੀ ਵਿੱਚੋਂ ਸਰੂਪ ਲੱਭਾ ਗੁਰੂ ਗ੍ਰੰਥ ਸਾਹਿਬ ਜੀਆਂ ਦਾ। ਇਸ ਕਰਕੇ ਮਨ ਦੇ ਵਿੱਚ ਧੀਰਮਲ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਮਹਿਮਾ ਜਾਣਦਾ ਹੈ। ਤਉ ਲੋਭ ਬਸ ਮਤ ਹਵੈ ਪਰ ਫਿੱਕੀ। ਤਾਂ ਵੀ ਕਹਿੰਦੇ ਲੋਭ ਦੇ ਵਸੀਕਾਰ ਹੋਣ ਕਾਰਨ ਕੇ ਇਹਦੀ ਮਤ ਫਿੱਕੀ ਪੈ ਗਈ ਹੈ। ਜਾਣੈ ਐਸ਼ਵਰਜ ਭਇਓ ਕਨੇਰੇ। ਐਂ ਲੱਗਾ ਵੀ ਮੇਰੇ ਕੋਲ ਬਹੁਤ ਜ਼ਿਆਦੇ ਧਨ ਪਦਾਰਥ ਹੋ ਗਏ ਹਨ। ਚੌਂਦਿਸ਼ ਕੀ ਸੰਗਤ ਤਿਸ ਨੇਰੇ। ਤੇ 4 ਸਫੇਰੇ ਦੀਆਂ ਸੰਗਤਾਂ ਉਹਨਾਂ ਦੇ ਕੋਲ ਹਨ। ਬ੍ਰਿੰਦ ਦਰਬ ਕੋ ਅਰ ਪਹਿ ਜਾਈ। ਬੇਅੰਤ ਲੋਕ ਜਿਹੜੇ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਮਾਇਆ ਭੇਟ ਕਰਦੇ ਹਨ। ਮਹਿ ਮਹਿਮਾ ਮਹਿਤ ਲਿਖਾਈ। ਧਰਤੀ ਦੇ ਉੱਪਰ ਸਤਿਗੁਰਾਂ ਦੀ ਮਹਿਮਾ ਬਹੁਤ ਵੱਡੀ ਹੋ ਗਈ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਵਡਿਆਈ ਫੈਲ ਗਈ ਹੈ। ਭਰਾਤ ਭਤੀਜਾ ਮਮ ਗੁਰ ਭਇਓ। ਤੇ ਉਸ ਵੇਲੇ ਧੀਰਮਲ ਸੋਚਦਾ, ਕਹਿੰਦਾ ਵੀ ਮੇਰਾ ਭਰਾ ਗੁਰੂ ਹਰਿਰਾਏ ਸਾਹਿਬ ਜੀ ਗੁਰੂ ਹੋਏ ਨੇ, ਮੇਰਾ ਭਤੀਜਾ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਗੁਰੂ ਹੋਏ ਨੇ। ਮੈਂ ਗੁਰੂ ਦਾ ਭਰਾ ਲੱਗਦਾ ਸੀ ਤੇ ਗੁਰੂ ਦਾ ਚਾਚਾ ਲੱਗਦਾ ਸੀ ਜਾਂ ਤਾਇਆ ਲੱਗਦਾ ਸੀ, ਤੇ ਇਹ ਮੇਰੇ ਸਾਰੇ ਹੋਏ ਹਨ। ਤਿਮ ਪਛਾਤ ਉਚਿਤ ਮੈਂ ਬਇਓ। ਉਹਨਾਂ ਤੋਂ ਮਗਰੋਂ ਮੈਂ ਸੀ, ਮੈਨੂੰ ਗੁਰੂ ਬਣਨਾ ਚਾਹੀਦਾ ਸੀ, ਪਰ ਗੁਰੂ ਆਪਣੇ ਆਪ ਨਹੀਂ ਬਣਦਾ ਜਾਂ ਕਿਸੇ ਦੇ ਬਣਾਇਆ ਨਹੀਂ ਬਣਦਾ। ਇਹ ਤੇ ਧੁਰ ਦਰਗਾਹ ਤੋਂ ਬਖਸ਼ਿਸ਼ ਹੁੰਦੀ ਹੈ, ਧੁਰੋਂ ਜਿਨ੍ਹਾਂ ਨੂੰ ਦਾਤਾਂ ਮਿਲਣੀਆਂ ਉਹਨਾਂ ਨੂੰ ਮਿਲਦੀਆਂ। ਧੀਰਮਲ ਸੋਚਦਾ ਪਿਆ, ਕਹਿਣ ਲੱਗਾ ਮੇਰਾ ਛੋਟਾ ਭਰਾ ਹਰਿਰਾਏ ਸਾਹਿਬ ਜੀ ਗੁਰੂ ਸਨ ਤੇ ਮੈਂ ਉਹਨਾਂ ਦਾ ਵੱਡਾ ਭਰਾ ਸੀ। ਮੇਰਾ ਦਾਵਾ ਜ਼ਿਆਦਾ ਸੀ ਗੁਰਤਾ ਗੱਦੀ ਤੇ। ਮੇਰਾ ਭਤੀਜਾ ਗੁਰਤਾ ਗੱਦੀ ਤੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਬੈਠੇ, ਮੈਂ ਉਹਨਾਂ ਦਾ ਤਾਇਆ ਲੱਗਦਾ, ਮੇਰਾ ਹੱਕ ਜ਼ਿਆਦਾ ਬਣਦਾ ਸੀ। ਇਹ 9ਵੀਂ ਥਾਂ ਤੇ ਗੁਰਤਾ ਗੱਦੀ ਮੇਰੇ ਕੋਲ ਆਉਣੀ ਚਾਹੀਦੀ ਸੀ, ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਕੋਲ ਕਿਉਂ ਚਲੇ ਗਈ ਹੈ। ਦੋਏ ਪੀੜ੍ਹੀ ਇਹ ਉੱਪਰ ਰਹੇ। ਤੇ ਇਹ 2 ਪੀੜ੍ਹੀਆਂ ਉੱਪਰ ਹੈ, ਭਾਵ ਵੀ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦੇ ਦਾਦਾ ਜੀ ਲੱਗਦੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ, ਅਤੇ ਗੁਰੂ ਹਰਿਰਾਏ ਸਾਹਿਬ ਜੀਆਂ ਦੇ ਚਾਚਾ ਜੀ ਲੱਗਦੇ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ। ਵੀ ਇਹ ਮੇਰੇ ਨਾਲੋਂ 2 ਪੀੜ੍ਹੀਆਂ ਦੂਰ ਹੈ ਗੁਰਤਾ ਗੱਦੀ ਤੋਂ। ਮੈਂ 2 ਪੀੜ੍ਹੀਆਂ ਨੇੜੇ ਸੀ, ਪਰ ਫਿਰ ਵੀ ਮੈਨੂੰ ਨਹੀਂ ਮਿਲੀ, ਤੇ ਗੁਰਤਾ ਗੱਦੀ ਤੇ ਇਹ ਬੈਠੇ ਹਨ। ਕਿਮ ਗੁਰ ਕਰੇ ਨਾ ਇਸ ਪਦ ਲਹੈ। ਤੇ ਇਹਨਾਂ ਨੂੰ ਗੁਰੂ ਕਿਹਨੇ ਬਣਾ ਦਿੱਤਾ, ਗੁਰੂ ਕਿਵੇਂ ਬਣ ਗਏ ਨੇ, ਇਸ ਗੱਲ ਨੂੰ ਜਾਣਿਆ ਨਹੀਂ ਜਾਂਦਾ ਹੈ। ਦਿੱਲੀ ਮੈਂ ਮਸੰਦ ਬਿਰਮਾਇਓ। ਕਹਿਣ ਲੱਗੇ ਦਿੱਲੀ ਦੇ ਵਿੱਚ ਜਿਹੜੇ ਮਸੰਦ ਨੇ ਉਹ ਸਾਰੇ ਭਰਮਾ ਕੇ ਤਿਸ ਤੇ ਆਪਣੋ ਨਾਮ ਉਹਨਾਂ ਕਹਾਇ। ਦੇ ਕੋਲੋਂ ਆਪਣਾ ਨਾਮ ਇਹਨਾਂ ਨੇ ਕਹਾਉਣਾ ਕੀਤਾ ਹੈ। ਉਨ ਮੱਖਣ ਮੂਰਖ ਅਨਜਾਨ। ਤੇ ਫਿਰ ਮੱਖਣ ਸ਼ਾਹ ਨਾਮ ਦਾ ਵਣਜਾਰਾ ਉਹ ਬੜਾ ਮੂਰਖ ਹੈ। ਹੁਣ ਧੀਰਮਲ ਦਾ ਵਸ ਤੇ ਚੱਲਦਾ ਕੋਈ ਨਹੀਂ। ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਨਿੰਦਿਆ ਕਰਦਾ ਹੋਇਆ ਕਹਿੰਦਾ ਵੀ ਦਿੱਲੀ ਦੇ ਸਿੱਖ ਵੀ ਮੂਰਖ ਹੀ ਨੇ ਜਿਹੜੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਮੰਨਣ ਲੱਗ ਪਏ, ਅਤੇ ਫਿਰ ਮੱਖਣ ਸ਼ਾਹ ਵਣਜਾਰਾ ਵੀ ਮੂਰਖ ਹੀ ਹੈ ਜਿਹਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਪ੍ਰਗਟ ਕਰ ਛੱਡਿਆ ਹੈ। ਧਨ ਦੇ ਕਰ ਜਗ ਕੀਨ ਬਖਾਨ। ਤੇ ਇਹਨਾਂ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਤੋਂ ਧਨ ਲਿਆ ਹੈ, ਤੇ ਧਨ ਲੈ ਕੇ ਇਹਨਾਂ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਗੁਰੂ ਹੋਣ ਦਾ ਪ੍ਰਚਾਰ ਕੀਤਾ ਹੈ। ਦੇਨ ਲੈਨ ਕਰ ਇਨਕੋ ਸਾਥ। ਸੋ ਦੇ ਲੈ ਕੇ ਹੁਣ ਧੀਰਮਲ ਨੇ ਆਪ ਮਸੰਦ ਖਰੀਦੇ ਸਨ ਆਪਣੇ ਨਾਲ ਜੋੜਨ ਵਾਸਤੇ। ਜਿਹੋ ਜਿਹਾ ਬੰਦਾ ਆਪ ਹੋਵੇ ਉਹਨੂੰ ਉਹੋ ਜਿਹੇ ਦੂਜੇ ਦਿਸਦੇ ਨੇ। ਕਹਿਣ ਲੱਗਾ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਬੰਦੇ ਖਰੀਦ ਕੇ ਉਹਨਾਂ ਦੇ ਕੋਲੋਂ ਆਪਣਾ ਪ੍ਰਚਾਰ ਕਰਵਾਇਆ ਹੈ। ਬੈਠਿਓ ਬਨ ਬਿਲੰਦ ਗੁਰਨਾਥ। ਤੇ ਇਹ ਆਪ ਗੁਰੂ ਬਣ ਕੇ ਵੱਡਾ ਬੈਠ ਗਿਆ ਹੈ। ਮੋਤੇ ਜਰੀ ਨ ਜਾਏ ਬੜਾਈ। ਪਰ ਮੇਰੇ ਕੋਲੋਂ ਇਹਨਾਂ ਦੀ ਵਡਿਆਈ, ਇਹਨਾਂ ਦੀ ਸ਼ੋਭਾ, ਇਹਨਾਂ ਦੀ ਚੜ੍ਹਤ ਜਿਹੜੀ ਹੈ ਜਰੀ ਨਹੀਂ ਜਾਂਦੀ, ਸਹੀ ਨਹੀਂ ਜਾਂਦੀ। ਇਸ ਤਰ੍ਹਾਂ ਧੀਰਮਲ ਕਹਿੰਦਾ ਹੈ। ਕਉ ਸ਼ੀਹਾਂ ਕਿਆ ਕਰੈ ਉਪਾਈ। ਆਪਣੇ ਮਸੰਦ ਨੂੰ ਬੁਲਾਇਆ ਕੋਲ ਧੀਰਮਲ ਨੇ। ਸ਼ੀਹਾਂ ਉਹਦਾ ਨਾਮ ਹੈ, ਬੜਾ ਵੱਡਾ ਬਦਮਾਸ਼ ਉਸ ਵੇਲੇ ਦਾ ਹੈ ਸ਼ੀਹਾਂ ਮਸੰਦ। ਇਹਨੂੰ ਬੁਲਾ ਕੇ ਧੀਰਮਲ ਪੁੱਛਣ ਲੱਗਾ, ਓਏ ਸ਼ੀਹੇ ਮਸੰਦ ਦੱਸ ਹੁਣ ਆਪਾਂ ਕੀ ਕਰੀਏ, ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਕਿਵੇਂ ਆਪਣੇ ਰਾਹ ਤੋਂ ਪਾਸੇ ਕਰੀਏ।
ਕੋਈ ਤਰੀਕਾ ਦੱਸਣਾ ਕਰ। इसकी जिम मनौत हट जाए। ਇਹਨਾਂ ਦੀ ਮਨੌਤ ਹੋਣੀ ਨਹੀਂ ਚਾਹੀਦੀ। ਮੈਂ ਨਹੀਂ ਚਾਹੁੰਦਾ ਵੀ ਅਨੰਦਪੁਰ ਕੋਈ ਜਾਵੇ ਤੇ ਇਹਨਾਂ ਨੂੰ ਮੱਥਾ ਟੇਕੇ। ਇਹ ਆਪਣੇ ਰਾਹ ਦਾ ਕੰਡਾ ਹੈ ਤੇ ਕੰਡਾ ਕਿਵੇਂ ਪਾਸੇ ਕੀਤਾ ਜਾ ਸਕਦਾ, ਮੈਨੂੰ ਸਲਾਹ ਦੇਣਾ ਕਰ। ਚੌਂ ਦਿਸਤੇ ਧਨ ਭਾਸ ਸਮੁਦਾਏ। ਚਾਰ ਚਫੇਰੇ ਤੋਂ ਬੇਅੰਤ ਧਨ ਆਉਂਦਾ ਹੈ। ਭਇਓ ਗਰੀਬ ਪ੍ਰਥਮੇ ਰਹਿਓ। ਇਹ ਤੇ ਗਰੀਬ ਸੀਗਾ ਤੇ ਹੁਣ ਧਨ ਲੈ ਕੇ ਬੜਾ ਅਮੀਰ ਹੋ ਗਿਆ ਹੈ। ਨੀਠ ਨੀਠ ਗੁਜ਼ਰਾਨ ਨਿਭਇਓ। ਮਸਾਂ ਮਸਾਂ ਇਹਨਾਂ ਦਾ ਗੁਜ਼ਾਰਾ ਚੱਲਦਾ ਸੀ, ਮੰਗ ਤੰਗ ਕੇ ਖਾਂਦੇ ਸਨ। ਛਪਿਓ ਰਹਿ ਕੋ ਜਾਣੈ ਇਹ ਤੇ ਨਾਹੀ। ਛੁਪਿਆ ਰਹਿੰਦਾ ਸੀ, ਭੂਰੇ ਵਿੱਚ ਬੈਠੇ ਰਹਿੰਦੇ। ਕਦੇ ਕੋਈ ਜਾਣਦਾ ਨਹੀਂ ਸੀ ਵੀ ਤੇਗ ਬਹਾਦਰ ਨਾਮ ਦਾ ਵਿਅਕਤੀ ਵੀ ਕੋਈ ਬਾਬੇ ਬਕਾਲੇ ਰਹਿੰਦਾ ਹੈ। ਨੈ ਕੁਛ ਬਿਦਤ ਸੰਗਤਾ ਮਾਹੀ। ਤੇ ਨਾ ਹੀ ਇਹ ਸੰਗਤਾਂ ਵਿੱਚ ਕਦੇ ਪਹਿਲਾਂ ਪ੍ਰਗਟ ਹੋਏ ਸਨ, ਨਾ ਸੰਗਤਾਂ ਇਹਨਾਂ ਨੂੰ ਜਾਣਦੀਆਂ ਸਨ। ਇੱਕ ਵਾਰ ਐਸੇ ਬਨ ਗਏ। ਇਹ ਇੱਕੇ ਵਾਰੀ ਪਤਾ ਨਹੀਂ ਕਿੱਥੋਂ ਨਿਕਲਿਆ, ਧਰਤੀ ਦੇ ਵਿੱਚੋਂ, ਭੂਰੇ ਦੇ ਵਿੱਚੋਂ, ਘਰ ਦੇ ਵਿੱਚੋਂ, ਤੇ ਸੰਗਤਾਂ ਵਿੱਚ ਮਸ਼ਹੂਰ ਹੋ ਗਿਆ, ਸੰਗਤਾਂ ਵਿੱਚ ਪ੍ਰਗਟ ਹੋ ਗਿਆ ਹੈ। ਨਗਰ ਵਸਾਵਨ ਸਮਰੱਥ ਤੇ ਭਇਓ। ਇਹ ਸ਼ਹਿਰ ਵਸਾਉਣ ਦੇ ਸਮਰੱਥ ਹੋ ਗਿਆ, ਬੜਾ ਵੱਡਾ ਇਸਨੇ ਸ਼ਹਿਰ ਵਸਾ ਦਿੱਤਾ ਹੈ। ਮਾਰਨ ਹਿਤ ਜੇ ਕਰੈ ਉਪਾਏ। ਜੇ ਇਸ ਨੂੰ ਮਾਰਨ ਵਾਸਤੇ ਕੋ ਆਪਾਂ ਯਤਨ ਕਰੀਏ, ਸੋ ਸਭ ਬਾਦ ਗਏ ਦੁਖਦਾਈ। ਉਹ ਸਾਰੇ ਆਪਣੇ ਯਤਨ ਜਿਹੜੇ ਕੀਤੇ ਵਿਅਰਥ ਚਲੇ ਗਏ। ਧੀਰਮਲ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਮਾਰਨ ਵਾਸਤੇ ਗੋਲੀ ਚਲਾਈ ਸੀ, ਪਰ ਉਹ ਗੋਲੀ ਲੱਗੀ ਨਹੀਂ ਸੀ ਮਹਾਰਾਜ ਦੇ ਸਰੀਰ ਨੂੰ। ਉਹ ਗੱਲ ਇੱਥੇ ਕਰਦਾ ਪਿਆ, ਕਹਿਣ ਲੱਗਾ ਆਪਾਂ ਤਾਂ ਗੋਲੀ ਮਾਰ ਕੇ ਵੀ ਵੇਖ ਲਈ ਹੈ, ਪਰ ਸਾਡਾ ਯਤਨ ਕੋਈ ਚੱਲਿਆ ਨਹੀਂ ਹੈ। ਅਬ ਜੋ ਬਨੈ ਬਤਾਵੋ ਮੁਹੀ। ਇਸ ਕਰਕੇ ਹੁਣ ਨਵੀਂ ਕੋਈ ਸਲਾਹ ਬਣਾਈਏ, ਜੇ ਸਲਾਹ ਆਪਣੀ ਕਾਮਯਾਬ ਹੋ ਜਾਣਾ ਕਰੇ। ਜਾਵੇ ਟਰੈ ਸ਼ਾਂਤ ਚਿਤ ਤੇ ਹੋਈ। ਜਿਸ ਤਰੀਕੇ ਦੇ ਨਾਲ ਇਹ ਮਰ ਜਾਣ ਜਾਂ ਅਸੀਂ ਇਹਨਾਂ ਨੂੰ ਮਾਰ ਦਈਏ, ਰਸਤੇ ਤੋਂ ਪਰੇ ਹਟਾ ਦਈਏ, ਕੋਈ ਨਵੀਂ ਵਿਉਂਤ ਮੈਨੂੰ ਦੱਸਣਾ ਕਰ। ਧੀਰ ਮਲ ਤੇ ਸੁਨ ਕਰ ਬੈਨ। ਜਦੋਂ ਧੀਰਮਲ ਦੇ ਕੋਲੋਂ ਸੁਣੀਆਂ ਨਾ ਗੱਲਾਂ ਇਸ ਸ਼ੀਹੇ ਮਸੰਦ ਨੇ, ਤੇ ਸੁਣ ਕੇ ਉਹਦੀ ਗੱਲ ਤੇ ਫਿਰ ਉਸ ਵੇਲੇ ਦੁਸ਼ਟ ਮਸੰਦ ਕੂਰ ਕਰਨੈ। ਇਹ ਜਿਹੜਾ ਦੁਸ਼ਟ ਮਸੰਦ ਹੈ ਨਾ, ਸ਼ੀਹਾ ਬੜਾ ਵੱਡਾ ਪਾਪੀ ਹੈ। ਗੁਰੂ ਤੇਗ ਬਹਾਦਰ ਨਾਲ ਬੜੀ ਈਰਖਾ ਤੇ ਵੈਰ ਕਰਦਾ ਹੈ। ਆਪਣੀਆਂ ਅੱਖਾਂ ਟੇਢੀਆਂ ਜੀਆਂ ਕਰਕੇ, ਅੱਖਾਂ ਨੂੰ ਬੜਾ ਲਾਲ ਜਿਹਾ ਰੰਗ ਦੇ ਵਿੱਚ ਲਿਆ ਕੇ, ਕ੍ਰੋਧ ਵਿੱਚ ਅੱਖਾਂ ਕਰਕੇ ਕਹਿਣ ਲੱਗਾ ਹੈ, ਕਹਿਓ ਕਿ ਮੈਂ ਸਭ ਕਰਨੇ ਹਾਰਾ। ਕਹਿਣ ਲੱਗਾ ਵੀ ਧੀਰਮਲ ਜੀ, ਮੈਂ ਤੇ ਜੋ ਚਾਹੋ ਉਹ ਕਰ ਸਕਦਾ ਹਾਂ। ਜਾਨੋ ਜਤਨ ਅਨਕ ਮੈਂ ਪ੍ਰਕਾਰ। ਤੇ ਬੜੇ ਯਤਨ ਜਾਣਦਾ, ਮੈਂ ਤੇ ਤੇਰਾ ਇਸ਼ਾਰਾ ਡੀਕਦਾ ਵੀ ਤੂੰ ਨਾ ਕੱਲ ਨੂੰ ਆਖੀ ਵੀ ਮੇਰੇ ਚਾਚੇ ਤੇ ਗੋਲੀ ਕਿਉਂ ਚਲਾਈ ਹੈ। ਪਰ ਜੇ ਤੇਰੀ ਆਗਿਆ ਹੋਵੇ ਤੇ ਮੇਰੇ ਕੋਲ ਤਰੀਕੇ ਤੇ ਬੜੇ ਨੇ, ਮੈਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਝੱਟ ਰਾਹ ਤੋਂ ਪਾਸੇ ਕਰ ਸਕਦਾ ਹਾਂ। ਇਹ ਮਸੰਦ ਇਸ ਤਰ੍ਹਾਂ ਕਹਿੰਦਾ ਹੈ, ਮੋਏ ਕਹੇ ਮੈਂ ਰਹੀਏ ਆਪ। ਜੇ ਤੂੰ ਮੇਰੇ ਆਖੇ ਲੱਗੇ। ਹੁਣ ਮਸੰਦ ਇਹ ਗੱਲ ਕਹਿ ਰਿਹਾ, ਸ਼ੀਹਾ ਕਹਿਣ ਲੱਗਾ ਵੀ ਧੀਰਮਲ, ਜੇ ਤੂੰ ਮੇਰੇ ਆਖੇ ਲੱਗੇ ਜਾਂ ਮੇਰੇ ਕਹਿਣੇ ਵਿੱਚ ਤੂੰ ਚੱਲਣਾ ਕਰੇ, ਵਧੈ ਚੌਗ ਨੂੰ ਅਧਿਕ ਤੇ ਪ੍ਰਤਾਪ। ਤੇਰਾ ਪ੍ਰਤਾਪ ਬੜਾ ਵਧੇਗਾ। ਮੈਂ ਤੈਨੂੰ ਇਹੋ ਜਿਹੀਆਂ ਨੇਕ ਸਲਾਹਾਂ ਦੇਣਾ ਕਰਾਂਗਾ। ਉਹ ਅਸ ਕਾਜ ਜੋ ਤੁਮ ਤੇ ਹੋਏ। ਕਿਹੜਾ ਕੰਮ ਹੈ ਜਿਹੜਾ ਤੂੰ ਕਰੇਗਾ ਤੇ ਨਹੀਂ ਹੋਵੇਗਾ, ਪਰ ਤੈਨੂੰ ਆਖੇ ਮੇਰੇ ਲੱਗਣਾ ਪਵੇਗਾ। ਜਿਵੇਂ ਮੈਂ ਤੈਨੂੰ ਕਵਾਂਗਾ ਉਵੇਂ ਕਰਨਾ ਹੈ। ਤੂਰਨ ਰਿਪ ਕੇ ਸੁਖ ਕੋ ਤੇ ਕੋਇ ਨਾ। ਫਿਰ ਆਪਾਂ ਛੇਤੀ ਦੇ ਨਾਲ ਦੁਸ਼ਮਣ ਦੇ ਸੁੱਖ ਖੋਹ ਲਵਾਂਗੇ। ਧੀਰਮਲ ਜੀ, ਤੁਹਾਡਾ ਦੁਸ਼ਮਣ ਹਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਪਰ ਜੇ ਤੂੰ ਮੇਰੇ ਆਖੇ ਲਾ ਕੇ ਚੱਲੇ ਤੇ ਆਪਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਾਰੇ ਸੁੱਖ ਝਾਟੀ ਖੋਹ ਸਕਦੇ ਹਾਂ। ਅਬ ਇਮ ਜਤਨ ਬਨਾਵਨ ਕਰੋ। ਤੇ ਇਸ ਕਰਕੇ ਹੁਣ ਆਪਾਂ ਨੂੰ ਇੱਕ ਨਵਾਂ ਸਕੀਮ ਕਰਨੀ ਚਾਹੀਦੀ, ਨਵਾਂ ਇੱਕ ਯਤਨ ਕਰਨਾ ਚਾਹੀਦਾ। ਮੈਨੂੰ ਇੱਕ ਸਲਾਹ ਬੜੀ ਚੰਗੀ ਆਈ ਹੈ ਤੇ ਉਹ ਮੈਂ ਤੁਹਾਨੂੰ ਦੱਸਦਾ ਹਾਂ। ਰਾਮ ਰਾਏ ਸੰਗ ਪ੍ਰੀਤੀ ਧਰੋ। ਹੁਣ ਆਪਾਂ ਨੂੰ ਕੀ ਕਰਨਾ ਚਾਹੀਦਾ ਵੀ ਰਾਮ ਰਾਏ ਦੇ ਨਾਲ ਮੇਲ ਕਰਨਾ ਚਾਹੀਦਾ। ਰਾਜਨੀਤੀ ਦਾ ਇਹ ਕਥਨ ਆ ਵੀ ਦੁਸ਼ਮਣ ਦਾ ਦੁਸ਼ਮਣ ਜਿਹੜਾ ਹੁੰਦਾ ਉਹ ਮਿੱਤਰ ਹੁੰਦਾ ਹੈ। ਆਪਣੇ ਦੁਸ਼ਮਣ ਦਾ ਜਿਹੜਾ ਦੂਜਾ ਦੁਸ਼ਮਣ ਹੈ ਉਹਨੂੰ ਮਿੱਤਰ ਬਣਾ ਲਓ, ਉਹਦੇ ਨਾਲ ਗੰਢ ਤੁੱਪ ਕਰਕੇ ਤੇ ਆਪਣਾ ਫਾਇਦਾ ਕੱਢੋ। ਇਹ ਸ਼ੀਹਾ ਮਸੰਦ ਦੱਸਦਾ ਪਿਆ, ਕਹਿਣ ਲੱਗਾ ਵੀ ਰਾਮ ਰਾਏ ਚਾਹੁੰਦਾ ਸੀ ਗੁਰਤਾ ਗੱਦੀ, ਪਰ ਗੁਰਤਾ ਗੱਦੀ ਰਾਮ ਰਾਏ ਨੂੰ ਨਹੀਂ ਮਿਲੀ। ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਬੈਠ ਗਏ, ਪਰ ਉਹ ਲਾਲਸਾ ਰਾਮ ਰਾਏ ਦੇ ਮਨੋਂ ਗਈ ਨਹੀਂ ਹੈ। ਹੁਣ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਤੋਂ ਬਾਅਦ ਵਿੱਚ ਗੁਰੂ ਬਣ ਗਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ। ਇਸ ਕਰਕੇ ਧੀਰਮਲ, ਬਾਬਾ ਰਾਮ ਰਾਏ ਜੀ ਤੇਰੇ ਭਤੀਜਾ ਲੱਗਦੇ ਨੇ ਤੇ ਤੂੰ ਉਹਨੂੰ ਆਪਣੇ ਨਾਲ ਮੇਲ, ਤੁਸੀਂ ਚਾਚਾ ਭਤੀਜਾ ਇਕੱਠੇ ਹੋ ਜਾਓ। ਰਾਮ ਰਾਏ ਤੇ ਧੀਰਮਲ ਜਦੋਂ ਇਕੱਠੇ ਹੋ ਜਾਣਗੇ, ਐ ਭਤੀਜਾ ਪੁੱਤਰ ਮਨਿੰਦ। ਤੇ ਉਹ ਭਤੀਜਾ ਜਿਹੜਾ ਹੁੰਦਾ ਨਾ, ਪੁੱਤਰ ਵਰਗਾ ਹੀ ਹੁੰਦਾ ਹੈ। ਤੇ ਉਹ ਭਤੀਜਾ ਤੇਰੇ ਭਰਾ ਦਾ ਪੁੱਤਰ ਹੈ। ਆਪਣੇ ਭਰਾ ਦੇ ਪੁੱਤਰ ਨੂੰ ਭਤੀਜਾ ਜੋ ਤੇਰਾ ਲੱਗਦਾ ਉਹਨੂੰ ਆਪਣਾ ਪੁੱਤਰ ਸਮਝ ਕੇ ਤੇ ਉਹਨੂੰ ਆਪਣੇ ਨਾਲ ਮਿਲਣਾ ਕਰ। ਕੁਲ ਮੈਂ ਲਾਇਕ ਜਨ ਨਵ ਇੰਦ। ਕਹਿਣ ਲੱਗੇ ਵੀ ਜਿਸ ਤਰ੍ਹਾਂ ਆਕਾਸ਼ ਦੇ ਵਿੱਚ ਚੰਦਰਮਾ ਹੁੰਦਾ, ਇਸੇ ਤਰ੍ਹਾਂ ਬਾਬਾ ਰਾਮ ਰਾਏ ਜੀ ਸਮੇਤ ਸ਼ਕਤੀਆਂ ਦੇ ਹਨ। ਆਲਮਗੀਰ ਕਹੇ ਮੈਂ ਜਾਹੀ। ਤੇ ਕਹਿਣ ਲੱਗੇ ਵੀ ਆਲਮਗੀਰ ਤੋਂ ਭਾਵ ਹੈ ਔਰੰਗਜ਼ੇਬ ਬਾਦਸ਼ਾਹ। ਉਸ ਵੇਲੇ ਦਿੱਲੀ ਦੇ ਤਖਤ ਤੇ ਔਰੰਗਜ਼ੇਬ ਬਾਦਸ਼ਾਹ ਰਾਜ ਕਰਦਾ ਹੈ। ਤੇ ਕਹਿਣ ਲੱਗੇ ਵੀ
ਜਿਹੜਾ ਔਰੰਗਜ਼ੇਬ ਬਾਦਸ਼ਾਹ ਹੈ। ਸਾਦਰ ਨਿਤ ਸਮੀਪ ਚਲ ਜਾਹੀ। ਤੇ ਰਾਮ ਰਾਏ ਉਦੋਂ ਔਰੰਗਜ਼ੇਬ ਦੇ ਕੋਲ ਰਹਿੰਦਾ ਸੀ ਤੇ ਸ਼ੀਹਾਂ ਮਸਾਂਦੇ ਸਲਾਹ ਦਿੰਦਾ ਪਿਆ ਵੀ ਰਾਮ ਰਾਏ ਨਾਲ ਮੇਲ ਕਰੀਏ, ਤੇ ਉਹ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਰਹਿੰਦਾ ਹੈ। ਸ਼ਾਹੋ ਸੰਗ ਸੁਬਾਤ ਚਲਾਵੇ। ਉਹ ਫਿਰ ਬਾਦਸ਼ਾਹ ਦੇ ਨਾਲ ਗੱਲਬਾਤ ਚਲਾਵੇਗਾ ਸਮਾਂ ਕੱਢ ਕੇ, ਅਜ਼ਮਤ ਹਿਤ ਨਿਤ ਨਿਕਟ ਤੇ ਬੁਲਾਵੇ। ਸ਼ਕਤੀ ਵੇਖਣ ਵਾਸਤੇ ਫਿਰ ਬਾਦਸ਼ਾਹ ਔਰੰਗਜ਼ੇਬ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਕੋਲ ਬੁਲਾਏਗਾ। ਆਪਣੀ ਤੇ ਪਹੁੰਚ ਨਹੀਂ ਹੈ, ਪਰ ਰਾਮ ਰਾਏ ਦੀ ਪਹੁੰਚ ਉੱਥੋਂ ਤੱਕ ਹੈ। ਆਪਾਂ ਰਾਮ ਰਾਏ ਨੂੰ ਆਪਣੇ ਵੱਲ ਕਰ ਲਈਏ, ਰਾਮ ਰਾਏ ਦੇ ਕੋਲੋਂ ਬਾਦਸ਼ਾਹ ਨੂੰ ਸ਼ਿਕਾਇਤ ਲਵਾਈਏ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਦਿੱਲੀ ਸੱਦ ਕੇ ਤੇ ਕਰਾਮਾਤਾਂ ਵੇਖੋ। ਜੇ ਕਰਾਮਾਤ ਨਹੀਂ ਵਿਖਾਉਣਗੇ ਤੇ ਬਾਦਸ਼ਾਹ ਮਾਰ ਦੇਵੇਗਾ। ਆਪਾਂ ਨੂੰ ਇਹ ਚਾਲ ਚੱਲਣੀ ਚਾਹੀਦੀ ਹੈ। ਦਿੱਲੀ ਵਿਖੇ ਜਾਏ ਜੇ ਬਰੇ। ਤੇ ਜੇ ਦਿੱਲੀ ਵਿੱਚ ਜਾ ਕੇ ਪਹੁੰਚ ਜਾਣਗੇ ਇਹ ਤਾਂ ਹਮ ਰਹੇ ਕਾਜ ਸਭ ਸਰੇ। ਤੇ ਅਸੀਂ ਇੱਥੇ ਰਵਾਂਗੇ। ਇਹ ਮਸੰਦ ਕਹਿੰਦਾ ਵੀ ਆਪਾਂ ਨੂੰ ਮੌਜਾਂ ਲੱਗ ਜਾਣੀਆਂ। ਜੇ ਇਹ ਬਾਦਸ਼ਾਹ ਔਰੰਗਜ਼ੇਬ ਦੇ ਬੁਲਾਇਆ ਦਿੱਲੀ ਚਲੇ ਗਏ ਤੇ ਪੰਜਾਬ ਦੀ ਸੰਗਤ ਆਪਾਂ ਸਾਂਭ ਲਾਂਗੇ, ਤੇ ਜੇ ਇਹ ਦਿੱਲੀ ਨਾ ਗਏ ਤੇ ਬਾਦਸ਼ਾਹ ਨੇ ਇਹਨਾਂ ਨੂੰ ਕੈਦ ਕਰ ਲੈਣਾ, ਆਪਣੇ ਸਾਰੇ ਕੰਮ ਸਿੱਧੇ ਹੋ ਜਾਣੇ ਹਨ। ਸ਼ਾਹੋ ਸਭਾ ਮੈਂ ਹੋਏ ਪ੍ਰਵੇਸ਼। ਜਦੋਂ ਬਾਦਸ਼ਾਹ ਦੀ ਸਭਾ ਵਿੱਚ ਜਾਣਗੇ, ਕਚਹਿਰੀ ਵਿੱਚ ਜਾਣਗੇ, ਜਾਚੈ ਅਜ਼ਮਤ ਅਧਿਕ ਤੇ ਹਮੇਸ਼। ਬਾਦਸ਼ਾਹ ਹਰ ਰੋਜ਼ ਨਵੀਆਂ ਤੋਂ ਨਵੀਆਂ ਕਰਾਮਾਤਾਂ ਇਹਨਾਂ ਕੋਲੋਂ ਵੇਖਣਾ ਕਰੇਗਾ। ਆਪਣੇ ਕਾਜ ਚਹਿ ਕਰਵਾਵੇ। ਬਾਦਸ਼ਾਹ ਚਾਹੇਗਾ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਕੋਲੋਂ ਸ਼ਕਤੀ ਨਾਲ ਮੈਂ ਕੰਮ ਕਰਵਾਉਣਾ ਕਰਾਂ। ਨਹਿ ਆਵੰਦੇ ਨਿਕਟ ਤੇ ਬਸਾਵੇ। ਬਾਦਸ਼ਾਹ ਨੇ ਕਦੇ ਇਹਨਾਂ ਨੂੰ ਆਉਣ ਨਹੀਂ ਦੇਣਾ ਦਿੱਲੀ ਤੋਂ ਵਾਪਸ। ਦਿੱਲੀ ਦੇ ਵਿੱਚ ਆਪਣੇ ਕੋਲ ਹੀ ਔਰੰਗਜ਼ੇਬ ਨੇ ਰੱਖਣਾ ਹੈ। ਰਾਮ ਰਾਏ ਮਹਿ ਅਜ਼ਮਤ ਰਾਮ ਭਾਰੀ। ਰਾਏ ਵਿੱਚ ਬੇਅੰਤ ਸ਼ਕਤੀਆਂ ਹਨ। ਕਿਮ ਸਰਵਰ ਹੋਏ ਸ਼ਾਹੋ ਅਗਾਰੀ। ਤੇ ਫਿਰ ਇਹ ਬਾਦਸ਼ਾਹ ਦੇ ਬਰਾਬਰ ਕਿਵੇਂ ਹੋਵੇਗਾ ਵੀ ਰਾਮ ਰਾਏ ਦਾ ਮੁਕਾਬਲਾ ਜਿਹੜਾ ਹੈ ਨਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਕੋਲੋਂ ਹੋਣਾ ਨਹੀਂ ਹੈ। ਜੇ ਕਰ ਕਰਾਮਾਤ ਨਹਿ ਹੋਈ। ਪਰ ਜੇ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਰਾਮਾਤ ਨਹੀਂ ਵਿਖਾਉਣਗੇ, ਕਹਿ ਹਟ ਕਰੈ ਦਿਖਾਏ ਨਾ ਸੋਏ। ਜੇ ਹੱਠ ਕਰਨਗੇ, ਹੱਠ ਤੋਂ ਭਾਵ ਹੁੰਦਾ ਵੀ ਜਿੱਦ ਕਰਨਗੇ, ਬਾਦਸ਼ਾਹ ਔਰੰਗਜ਼ੇਬ ਕਹੇਗਾ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਕਰਾਮਾਤ ਵਿਖਾਓ, ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਹਿਣਾ ਵੀ ਅਸੀਂ ਨਹੀਂ ਵਿਖਾਉਂਦੇ। ਜੇ ਇਹਨਾਂ ਨੇ ਕਿਤੇ ਨਾ ਕਰ ਦਿੱਤੀ ਤੇ ਇਹ ਮਸੰਦ ਕਹਿੰਦਾ ਫਿਰ ਉਸ ਵੇਲੇ ਮਹਾ ਕਰੂਰ ਮਤ ਅਵਰੰਗ ਸ਼ਾਹੋ। ਤੇ ਬਾਦਸ਼ਾਹ ਔਰੰਗਜ਼ੇਬ ਬੜਾ ਹੀ ਝੂਠਾ ਬੰਦਾ, ਬੜਾ ਹੀ ਮਾੜਾ ਬੰਦਾ, ਬੜੀ ਮਾੜੀ ਸੋਚ ਵਾਲਾ ਦੁਸ਼ਟ ਹੈ। ਪਕਰਹਿ ਦੇ ਕੈਦ ਕੋ ਮਾਹੂ। ਉਹਨੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਫੜ ਲੈਣਾ ਤੇ ਕੈਦ ਵਿੱਚ ਸੁੱਟ ਦੇਣਾ। ਆਪਣੇ ਦੋਵਾਂ ਹੱਥਾਂ ਵਿੱਚ ਹੀ ਲੱਡੂ ਨੇ। ਜੇ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਸੱਦਿਆਂ ਚਲੇ ਗਏ ਤੇ ਬਾਦਸ਼ਾਹ ਨੇ ਵਾਪਸ ਨਹੀਂ ਆਉਣ ਦੇਣਾ, ਆਪਣੇ ਕੋਲ ਹੀ ਰੱਖ ਲੈਣਾ ਦਿੱਲੀ ਦੇ ਵਿੱਚ, ਤੇ ਪੰਜਾਬ ਦੀ ਸੰਗਤ ਆਪਾਂ ਸਾਂਭ ਲਾਂਗੇ। ਤੇ ਜੇ ਇਹ ਬਾਦਸ਼ਾਹ ਦੇ ਬੁਲਾਇਆ ਨਾ ਗਏ ਤੇ ਉਹਨੇ ਆਪਣੇ ਸਿਪਾਹੀ ਭੇਜ ਕੇ ਇਹਨਾਂ ਨੂੰ ਕੈਦ ਵਿੱਚ ਪਾ ਦੇਣਾ, ਤਾਂ ਵੀ ਆਪਣਾ ਫਾਇਦਾ ਹੋ ਜਾਣਾ। ਇਸ ਕਰਕੇ ਸ਼ੀਹਾਂ ਮਸੰਦ ਕਹਿ ਰਿਹਾ ਧੀਰਮਲ ਨੂੰ ਵੀ ਆਪਾਂ ਇਹ ਚਾਲ ਚੱਲਣੀ ਕਰੀਏ। ਕਹਿ ਕਰ ਕ੍ਰੋਧ ਕੁਮਤ ਤਤਕਾਲਾ। ਤੇ ਕਹਿਣ ਲੱਗੇ ਵੀ ਜਾਂ ਫਿਰ ਬਾਦਸ਼ਾਹ ਕ੍ਰੋਧ ਕਰਕੇ, ਗੁੱਸਾ ਕਰਕੇ ਉਸ ਵੇਲੇ ਧਰਤੇ ਸੀਸ ਕਰਾਏ ਨਿਰਾਲਾ। ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਸਿਰ ਵੱਢ ਦੇਵੇਗਾ। ਜੇ ਬਾਦਸ਼ਾਹ ਨੂੰ ਗੁੱਸਾ ਆ ਗਿਆ ਵੀ ਮੇਰੇ ਆਖੇ ਨਹੀਂ ਲੱਗਦੇ ਗੁਰੂ ਤੇਗ ਬਹਾਦਰ ਜੀ, ਤੇ ਉਸਨੇ ਆਪਣੀਆਂ ਫੌਜਾਂ ਨੂੰ, ਆਪਣੇ ਬੰਦਿਆਂ ਨੂੰ ਕਹਿ ਕੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਸੀਸ ਲੁਹਾ ਦੇਣਾ ਹੈ। ਜਬ ਦੋਨੋਂ ਮੈਂ ਇੱਕ ਬਨ ਜਾਏ। ਦੋਵਾਂ ਕੰਮਾਂ ਤੋਂ ਇੱਕ ਤੇ ਬਾਣੀ ਜਾਣਾ। ਜਾਂ ਤੇ ਇਹ ਦਿੱਲੀ ਚਲੇ ਜਾਣਗੇ ਤੇ ਬਾਦਸ਼ਾਹ ਕੋਲ ਰੱਖ ਲਵੇਗਾ, ਤੇ ਜੇ ਦਿੱਲੀ ਨਹੀਂ ਜਾਣਗੇ ਤੇ ਬਾਦਸ਼ਾਹ ਕਤਲ ਕਰ ਦੇਵੇਗਾ। ਦੋਵਾਂ ਕੰਮਾਂ ਵਿੱਚੋਂ ਇੱਕ ਤੇ ਹੋ ਹੀ ਜਾਣਾ। ਇਸ ਕਰਕੇ ਆਪਾਂ ਔਰੰਗਜ਼ੇਬ ਦੇ ਕੋਲ ਖਬਰ ਪਹੁੰਚਾਉਣਾ ਕਰੀਏ। ਹੋਏ ਕੈਦ ਕਹਿ ਪ੍ਰਾਨ ਬਿਲਾਏ। ਜਾਂ ਇਹਨਾਂ ਨੂੰ ਕੈਦ ਵਿੱਚ ਪਾਇਆ ਜਾਏਗਾ ਤੇ ਜਾਂ ਇਹਨਾਂ ਦੀ ਜਾਨ ਬਾਦਸ਼ਾਹ ਨੇ ਲੈ ਲੈਣੀ ਹੈ। ਤਬ ਤੁਮ ਹੀ ਹੋ ਗੁਰ ਜਗਮਾਹੀ। ਤੇ ਫਿਰ ਧੀਰਮਲ ਉਦੋਂ ਤੂੰ ਹੀ ਗੁਰੂ ਰਹਿ ਜਾਣਾ, ਤੂੰ ਗੁਰੂ ਬਣ ਜਾਣਾ ਹੈ। ਸਭ ਸਿੱਖ ਆਏ ਆਪ ਕੇ ਤੇ ਪਾਹੀ। ਜਦੋਂ ਗੁਰੂ ਹੀ ਨਾ ਰਹਿ ਗਿਆ, ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਕੈਦ ਕਰ ਲਿਆ, ਤੇ ਉਸ ਵੇਲੇ ਤੇਰਾ ਹੀ ਸਭ ਤੋਂ ਵੱਡਾ ਦਾਵਾ ਤੇ ਤੂੰ ਗੁਰੂ ਬਣ ਜਾਣਾ। ਸੰਗਤਾਂ ਨੇ ਤੇਰੇ ਕੋਲ ਆ ਜਾਣਾ ਹੈ। ਅਰਪੈ ਦਰਬ ਚਾਹੁੰ ਦਸ਼ਕੇਰਾ। ਤੇ ਸੰਗਤਾਂ ਫਿਰ ਬੇਅੰਤ ਤੈਨੂੰ ਲਿਆ ਕੇ ਮਾਇਆ ਤੇ ਧਨ ਅਰਪਣ ਕਰ ਦੇਣਗੀਆਂ। ਹੋਏ ਰਾਵਰ ਐਸ਼ਵਰਜ ਤੇ ਕਨੇਰਾ। ਤੇਰੇ ਕੋਲ ਬੜਾ ਫਿਰ ਧਨ ਪਦਾਰਥ ਤੇ ਬਹੁਤ ਜ਼ਿਆਦੀਆਂ ਵਸਤੂਆਂ ਆ ਜਾਣੀਆਂ ਹਨ। ਇਹ ਉਪਾਏ ਅਬ ਜਾਣਿਓ ਪਰੈ। ਇਹ ਮੈਨੂੰ ਤੇ ਲੱਗਦਾ ਵੀ ਇਹ ਕੰਮ ਕਰਨਾ ਚਾਹੀਦਾ। ਜਿਹੜੀ ਮੈਂ ਤੈਨੂੰ ਸਲਾਹ ਦਿੱਤੀ ਹੈ ਨਾ ਵੀ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਮੇਲ ਕਰੀਏ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਦਿੱਲੀ ਬੁਲਵਾਈਏ, ਆਪਾਂ ਨੂੰ ਇਹ ਕੰਮ ਕਰਨਾ ਚਾਹੀਦਾ ਹੈ। ਜਿਸ ਤੇ ਨਿਜ ਛਤਰ ਪਰ ਹਰੈ। ਜਿਸ ਕਰਕੇ ਆਪਣਾ ਸ਼ਤਰੂ ਜਿਹੜਾ ਹੈ ਉਸ ਨੂੰ ਆਪਾਂ ਮਾਰ ਸਕਦੇ, ਸਦਾ ਵਾਸਤੇ ਰਾਹ ਤੋਂ ਪਾਸੇ ਕਰ ਸਕਦੇ ਹਾਂ। ਸੁਨਤ ਧੀਰ ਮਲ ਆਨੰਦ ਉਮਾ। ਕਹਿਣ ਲੱਗੇ ਵੀ ਜਦੋਂ ਧੀਰਮਲ ਨੇ ਸੁਣੀ ਨਾ ਇਹ ਸਲਾਹ ਆਪਣੇ ਮਸੰਦ ਦੀ, ਸ਼ੀਹੇ ਦੀ, ਤੇ ਬੜਾ ਖੁਸ਼ ਹੋਇਆ। ਕਹਿਣ ਲੱਗਾ ਵੀ ਬੜੀ ਚੰਗੀ ਸਲਾਹ ਤੇਰੇ ਦਿਮਾਗ ਵਿੱਚ ਆਈ ਹੈ। ਸਾਧ ਸਾਧ ਸੋ ਦੁਸ਼ਟ ਸਰਾਹ। ਤੇ ਇਸ ਨੇ ਆਖਿਆ ਸ਼ਾਬਾਸ਼ ਸ਼ਾਬਾਸ਼, ਇਹ ਦੁਸ਼ਟ ਨੇ ਸਲਾਹ ਦਿੱਤੀ ਹੈ। ਸ਼ੀਹੇ ਮਸੰਦ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਕਤਲ ਕਰਵਾਈਏ ਜਾਂ ਫਿਰ ਦਿੱਲੀ ਬਾਦਸ਼ਾਹ ਦੇ ਕੋਲ ਮੰਗਵਾਈਏ।
ਇਹ ਸਲਾਹ ਸੁਣ ਕੇ ਤੇ ਧੀਰਮਲ ਬੜਾ ਹੀ ਖੁਸ਼ ਹੋਇਆ, ਆਪਣੇ ਮਸੰਦ ਨੂੰ ਸ਼ਾਬਾਸ਼ੀ ਦਿੰਦਾ ਹੈ। ਹੋਨਹਾਰ ਤੈਂ ਬਾਤ ਬਖਾਨੀ, ਕਹਿਣ ਲੱਗਾ ਵੀ ਇਹ ਤੇ ਗੱਲ ਬੜੀ ਚੰਗੀ ਕਹੀ ਹੈ, ਇਸੇ ਤਰ੍ਹਾਂ ਹੋ ਸਕਦਾ, ਆਪਾਂ ਇਸੇ ਤਰ੍ਹਾਂ ਹੀ ਕਰਨਾ ਹੈ। ਤੈਂ ਪਹੁੰਚੇ ਹੋਏ ਨਿਸ਼ਚੈ ਹਾਨੀ, ਤੇ ਜਿਹੜਾ ਉੱਥੇ ਪਹੁੰਚੇਗਾ, ਜਿਹੜਾ ਉੱਥੇ ਜਾਏਗਾ, ਉਹਦਾ ਨਿਸ਼ਚਾ ਜਿਹੜਾ ਨਾ ਹਾਨ ਹੋ ਜਾਏਗਾ, ਉਹਦਾ ਨਿਸ਼ਚਾ ਜਿਹੜਾ ਹੈ ਮੁੱਕ ਜਾਏਗਾ, ਖਤਮ ਹੋ ਜਾਏਗਾ। ਸੰਤ ਸੈਂਕੜੇ ਤਹਿ ਮਰਵਾਏ, ਤੇ ਉਸ ਬਾਦਸ਼ਾਹ ਔਰੰਗਜ਼ੇਬ ਨੇ ਸੈਂਕੜੇ ਜਿਹੜੇ ਸੰਤ ਨੇ, ਸਾਧੂ ਜਿਹੜੇ ਨੇ, ਉਹ ਮਰਵਾ ਦਿੱਤੇ ਨੇ, ਨਾਸ ਕਰ ਦਿੱਤੇ ਨੇ। ਜਿੱਥੇ ਇੰਨੇ ਸੰਤ ਉਹਨੇ ਕਤਲ ਕਰਵਾਏ ਨੇ, ਉਥੇ ਗੁਰੂ ਤੇਗ ਬਹਾਦਰ ਜੀਆਂ ਨੂੰ ਵੀ ਉਸਨੇ ਕਤਲ ਕਰਵਾ ਦੇਣਾ ਹੈ। ਕਿਮਹੂ ਕਿਸ ਤੇ ਤਰਾਸ ਨਾ ਪਾਏ, ਕਿਉਂਕਿ ਉਹ ਬਾਦਸ਼ਾਹ ਔਰੰਗਜ਼ੇਬ ਕਿਸੇ ਕੋਲੋਂ ਡਰਦਾ ਨਹੀਂ ਹੈ ਤੇ ਨਾ ਉਹਨੂੰ ਕੋਈ ਡਰਾ ਸਕਦਾ ਹੈ। ਮੋਰ ਭਤੀਜਾ ਅਜ਼ਮਤ ਭਾਰੇ, ਹੁਣ ਧੀਰਮਲ ਖੁਸ਼ ਹੋ ਗਿਆ, ਕਹਿਣ ਲੱਗਾ ਵੀ ਮੇਰਾ ਜੋ ਭਤੀਜਾ ਹੈ, ਭਾਵ ਰਾਮ ਰਾਏ, ਉਹ ਬਹੁਤ ਕਰਾਮਾਤਾਂ ਦਾ ਮਾਲਕ ਹੈ। ਕਿਉਂਕਿ ਰਾਮ ਰਾਏ ਨੂੰ ਗੁਰੂ ਹਰ ਰਾਏ ਸਾਹਿਬ ਦਾ ਵਰ ਮਿਲਿਆ ਸੀ ਕਿ ਧੀਰਮਲ, ਜੋ ਤੂੰ ਆਪਣੇ ਰਾਮ ਰਾਏ ਜੀ, ਜੋ ਤੁਸੀਂ ਆਪਣੇ ਮੂੰਹ ਵਿੱਚੋਂ ਆਖੋਗੇ, ਤੁਹਾਡੀ ਮੂੰਹ ਦੀ ਕਹੀ ਹੋਈ ਗੱਲ ਪੂਰੀ ਹੋਵੇਗੀ। ਇਹ ਵਰ ਗੁਰੂ ਹਰ ਰਾਏ ਸਾਹਿਬ ਜੀਆਂ ਨੇ ਬਖਸ਼ਿਆ ਸੀ। ਇਸ ਕਰਕੇ ਇਹ ਧੀਰਮਲ ਕਹਿੰਦਾ ਵੀ ਮੇਰਾ ਭਤੀਜਾ ਰਾਮ ਰਾਏ ਤੇ ਬੜੀਆਂ ਕਰਾਮਾਤਾਂ ਵਾਲਾ ਹੈ, ਹਮ ਪਰ ਬਨੈ ਕਿਉਂ ਨਾ ਉਪਕਾਰੀ, ਤੇ ਸਾਡੇ ਤੇ ਕਿਉਂ ਨਹੀਂ ਪਰਉਪਕਾਰ ਕਰੇਗਾ। ਮੈਂ ਉਹਦਾ ਸਕਾ ਚਾਚਾ ਲੱਗਦਾ, ਜਦੋਂ ਮੈਂ ਚਾਚਾ ਹਾਂ ਤੇ ਮੈਂ ਆਪਣੇ ਭਤੀਜੇ ਨੂੰ ਜਿਹੜੀ ਗੱਲ ਕਵਾਂਗਾ ਤੇ ਉਹ ਜ਼ਰੂਰ ਕਰੇਗਾ। ਇੱਕ ਤੋ ਹਮ ਪਰ ਇਹ ਆਸਾਨ, ਤੇ ਇੱਕ ਤੇ ਸਾਡੇ ਉੱਪਰ ਉਹਦਾ ਬਹੁਤ ਵੱਡਾ ਪਰਉਪਕਾਰ ਹੈ। ਦੂਜੇ ਤਿਸ ਕੋ ਭੀਰ ਪਜਾਨ, ਤੇ ਦੂਜੀ ਗੱਲ ਇਹ ਹੈ ਵੀ ਰਾਮ ਰਾਏ ਦਾ ਦੁਸ਼ਮਣ ਗੁਰੂ ਤੇਗ ਬਹਾਦਰ ਪਾਤਸ਼ਾਹ ਹਨ। ਕਾਰਨ ਇਹ ਹੈ ਵੀ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਨੂੰ ਗੁਰਤਾ ਗੱਦੀ ਮਿਲੀ ਹੈ, ਰਾਮ ਰਾਏ ਨੂੰ ਨਹੀਂ ਮਿਲੀ। ਉਹ ਚਾਹੁੰਦਾ ਸੀ, ਉਹਨੂੰ ਵੀ ਨਹੀਂ ਮਿਲੀ ਤੇ ਮੈਨੂੰ ਵੀ ਨਹੀਂ ਮਿਲੀ। ਇੱਕ ਤੇ ਰਾਮ ਰਾਏ ਦਾ ਸਾਡੇ ਤੇ ਪਰਉਪਕਾਰ ਹੋਵੇਗਾ ਵੀ ਸਾਡੀ ਉਹਨੇ ਮਦਦ ਕੀਤੀ ਹੈ, ਤੇ ਦੂਜਾ ਰਾਮ ਰਾਏ ਦੇ ਦੁਸ਼ਮਣ ਬਣ ਗਏ ਨੇ ਤੇਗ ਬਹਾਦਰ ਗੁਰਤਾ ਗੱਦੀ ਤੇ ਬੈਠ ਕੇ, ਉਹਨੇ ਆਪਣਾ ਦੁਸ਼ਮਣ ਜਾਣ ਕੇ ਸਾਡੀ ਜ਼ਰੂਰ ਮਦਦ ਕਰਨੀ ਹੈ। ਜੇ ਜਗ ਗੁਰਤਾ ਐਨ ਵਿਦਤਾਈ, ਇਹ ਜਗ ਵਿੱਚ ਸੰਸਾਰ ਵਿੱਚ ਗੁਰਤਾ ਗੱਦੀ ਇਹਨਾਂ ਨੇ ਪ੍ਰਗਟ ਕਰ ਦਿੱਤੀ ਜਾਂ ਮਸ਼ਹੂਰ ਹੋ ਗਿਆ ਗੁਰੂ ਤੇਗ ਬਹਾਦਰ ਜੀ। ਰਾਮ ਰਾਏ ਲਗਤਾ ਕਉ ਪਾਈ, ਤੇ ਰਾਮ ਰਾਏ ਤੇ ਫਿਰ ਛੋਟਾ ਹੋ ਜਾਵੇਗਾ ਨਾ, ਜੇ ਹੁਣ ਕਰਾਮਾਤਾਂ ਜਾਂ ਬਖਸ਼ਿਸ਼ਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਕਰਨ ਲੱਗ ਪਏ ਤੇ ਰਾਮ ਰਾਏ ਦੀ ਫਿਰ ਸ਼ੋਭਾ ਘਟ ਜਾਣੀ ਹੈ। ਨਿਤ ਪ੍ਰਤ ਦਰਬ ਹਜ਼ਾਰੋਂ ਜੋਏ, ਪਿਤਾ ਪ੍ਰਤੀ ਹਜ਼ਾਰਾਂ ਦੀ ਗਿਣਤੀ ਵਿੱਚ ਜੋ ਮਾਇਆ ਹੈ, ਅਮਰੋ ਅਹ ਲੈ ਤਹ ਸੋਏ, ਉਹ ਹੈ ਸਾਡੀ ਹੈ ਪਰ ਲੈਂਦੇ ਗੁਰੂ ਤੇਗ ਬਹਾਦਰ ਪਾਤਸ਼ਾਹ। ਮਾਇਆ ਜਿੱਥੇ ਵੀ ਜਾਂਦੀ ਹੈ ਨਾ, ਕਲੇਸ਼ ਖੜਾ ਕਰ ਦਿੰਦੀ ਹੈ। ਸੋ ਅਸਲ ਦੇ ਵਿੱਚ ਧੀਰਮਲ ਮਾਇਆ ਚਾਹੁੰਦਾ, ਪੈਸਾ ਚਾਹੁੰਦਾ ਵੀ ਮੇਰੇ ਕੋਲ ਆਵੇ, ਤੇ ਇੱਥੇ ਇਹੀ ਗੱਲ ਕਰਦਾ ਪਿਆ, ਕਹਿਣ ਲੱਗਾ ਵੀ ਇਹ ਸਾਡੀ ਮਾਇਆ ਜਿਹੜੀ ਆਉਣੀ ਚਾਹੀਦੀ ਸੀ ਸਾਡੇ ਕੋਲ ਨਹੀਂ ਆਉਂਦੀ, ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਕੋਲ ਚਲੀ ਜਾਂਦੀ ਹੈ। ਰਾਮ ਰਾਏ ਹਮ ਏਕੋ ਅਹ, ਮੈਂ ਤੇ ਰਾਮ ਰਾਏ ਇੱਕੋ ਹੀ ਹਾਂ, ਕਿਉਂਕਿ ਸਾਡੇ ਦੋਨਾਂ ਦੇ ਇਕੱਠੇ ਅਸੀਂ ਸੰਬੰਧੀ ਹਾਂ, ਕਿਉਂਕਿ ਮੇਰਾ ਸਕਾ ਭਤੀਜਾ ਲੱਗਦਾ, ਅਸੀਂ ਇੱਕੋ ਸੋ ਬਾਪ ਦੇ ਜਾਂ ਇੱਕੋ ਦਾਦੇ ਦੇ ਪੁੱਤ ਤੇ ਪੋਤਰਾ ਹਾਂ। ਬਾਬਾ ਗੁਰਦਿੱਤਾ ਸਾਹਿਬ ਜੀਆਂ ਦੇ ਪੁੱਤਰ ਲੱਗਦੇ ਧੀਰਮਲ ਜੀ, ਤੇ ਬਾਬਾ ਗੁਰਦਿੱਤਾ ਸਾਹਿਬ ਜੀਆਂ ਦੇ ਪੋਤਰੇ ਲੱਗਦੇ ਨੇ ਬਾਬਾ ਰਾਮ ਰਾਏ ਜੀ। ਇਹ ਤਾਂ ਧੀਰਮਲ ਕਹਿੰਦਾ ਪਿਆ ਵੀ ਅਸੀਂ ਇੱਕੇ ਦਾਦੇ ਦੀ ਔਲਾਦ ਹਾਂ, ਤੇ ਉਹ ਮੇਰੀ ਮਦਦ ਜ਼ਰੂਰ ਕਰੇਗਾ। ਆਨ ਲਾਭ ਦੋਨੋਂ ਸਮਲਾ ਹੈ, ਕਿਉਂਕਿ ਦੋਨਾਂ ਨੂੰ ਇੱਕੋ ਜਿੰਨਾ ਲਾਭ ਹੋਣਾ ਤੇ ਦੋਨਾਂ ਨੂੰ ਇੱਕੋ ਜਿੰਨਾ ਘਾਟਾ ਪੈਣਾ। ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਅੱਜ ਅਸੀਂ ਪਾਸੇ ਕਰ ਦਈਏ, ਮਾਰ ਦਈਏ, ਮੇਰੀ ਪੂਜਾ ਵੀ ਹੋਵੇਗੀ ਤੇ ਰਾਮ ਰਾਏ ਦੀ ਵੀ ਹੋਵੇਗੀ, ਦੋਵਾਂ ਨੂੰ ਲਾਭ ਹੋਵੇਗਾ। ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਪ੍ਰਗਟ ਹੋ ਗਿਆ ਦੁਨੀਆ ਵਿੱਚ ਤੇ ਮੇਰੀ ਪੂਜਾ ਵੀ ਘਟ ਜਾਣੀ ਤੇ ਰਾਮ ਰਾਏ ਦੀ ਵੀ ਘਟ ਜਾਣੀ, ਘਾਟਾ ਦੋਵਾਂ ਨੂੰ ਪੈਣਾ। ਇਸ ਕਰਕੇ ਦੋਵੇਂ ਅਸੀਂ ਘਾਟੇ ਵਿੱਚ ਵੀ ਇਕੱਠੇ ਹਾਂ ਤੇ ਨਫੇ ਦੇ ਵਿੱਚ ਵੀ ਇਕੱਠੇ ਹਾਂ। ਜਾਂ ਤੇ ਲਿਖੋ ਭਲੀ ਬਿਦ ਪਾਤੀ, ਇਸ ਕਰਕੇ ਚਿੱਠੀ ਲਿਖੋ। ਧੀਰਮਲ ਹੁਣ ਚਿੱਠੀ ਲਿਖਣ ਲੱਗਾ ਆਪਣੇ ਭਤੀਜੇ ਰਾਮ ਰਾਏ ਨੂੰ। ਤੂੰ ਕਿਮ ਬੈਠਿਓ ਸੀਤਲ ਛਾਤੀ, ਚਿੱਠੀ ਵਿੱਚ ਲਿਖਿਆ ਗਿਆ, ਉਹ ਰਾਮ ਰਾਏ ਤੂੰ ਬੜਾ ਸ਼ਾਂਤ ਹੋ ਕੇ ਬੈਠਾ, ਬੜੀ ਠੰਡ ਆਪਣੇ ਹਿਰਦੇ ਵਿੱਚ ਰੱਖ ਕੇ ਬੈਠਾ ਹੋਇਆ ਹੈ।